ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਥੈਂਕ ਯੂ ਜੀ, ਥੈਂਕ ਯੂ ਰੰਧਾਵਾ ਸਾਹਿਬ। 2017 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਵਾਲੇ ਸੀ। ਸ਼ਹਿਨਾਈ ਦਾ ਪੂਰਾ ਪ੍ਰਬੰਧ ਹੋ ਰਿਹਾ ਸੀ। ਲੱਡੂਆਂ ਦੇ ਆਰਡਰ ਹੋ ਚੁੱਕੇ ਸੀ ਵੱਖ-ਵੱਖ ਧਿਰਾਂ ਵੱਲੋਂ, ਜਿਨ੍ਹਾਂ ਨੂੰ ਉਮੀਦ ਸੀ। ਉਸ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੇ ਸਿਰ ਤੇ 31,000 ਕਰੋੜ ਦਾ ਕਰਜ਼ਾ ਚਾੜਤਾ ਜਾਂਦਾ ਹੈ। ਕੇਂਦਰ ਦੀ ਚਤੁਰਾਈ ਤੇ ਪੰਜਾਬ ਦੇ ਪ੍ਰਸ਼ਾਸਨਿਕ ਹਲਕਿਆਂ ਦੀ ਨਾਅਹਿਲੀਅਤ ਦੇ ਚੱਲਦਿਆਂ ਪੰਜਾਬ ਇੱਕ ਦਿਨ ਪਹਿਲਾਂ ਨਵੀਂ ਸਰਕਾਰ ਬਣਨ ਤੋਂ 31,000 ਕਰੋੜ ਦੇ ਬੋਝ ਥੱਲੇ ਆ ਜਾਂਦਾ। ਔਰ ਫਿਰ ਉਸ ਤੋਂ ਬਾਅਦ 5 ਸਾਲ ਨਿਕਲ ਜਾਂਦੇ ਕੈਪਟਨ ਸਾਹਿਬ ਦੇ, 1 ਸਾਲ ਇਹ ਨਿਕਲ ਜਾਂਦਾ। 6 ਸਾਲਾਂ ਬਾਅਦ ਕੱਲ ਲੰਘੇ ਦਿਨ ਉਹ 31,000 ਕਰੋੜ, ਜਿਹੜਾ ਕਿ ਅਸਲੀਅਤ ਦੇ ਵਿੱਚ 29,000 ਕੁਝ ਹੈ, ਉਹਨੂੰ ਸਹੀ ਪਾਈ ਜਾਂਦੀ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ। ਕਿਆ ਸਿਤਮ ਜਰੀਫੀ ਆ। ਕੋਈ ਜ਼ਿੰਮੇਵਾਰੀਆਂ ਫਿਕਸ ਨਹੀਂ ਹੁੰਦੀਆਂ। ਕੋਈ ਮੰਤਰੀ, ਕੋਈ ਪ੍ਰਸ਼ਾਸਨਿਕ ਅਧਿਕਾਰੀ ਕਿਸੇ ਦੀ ਜ਼ਿੰਮੇਵਾਰੀ ਫਿਕਸ ਕੀਤੇ ਬਿਨਾਂ ਚੁੱਪ ਚਪੀਤੇ ਪੰਜਾਬ ਦੇ ਹਰ ਬਸ਼ਰ ਦੇ ਸਿਰ ਦੇ ਉੱਤੇ ਇਹ ਲੀਗਲੀ ਵਿਧਾਨਕ ਤੌਰ ਤੇ ਕਰਜ਼ਾ ਥੋਪਤਾ ਜਾਂਦਾ। ਅੱਗੇ ਚੱਲਦੇ ਆ। ਕੈਗ ਇੱਕ ਐਸਾ ਅਦਾਰਾ ਜਿਹੜਾ ਰਿਪੋਰਟ ਕਰਦਾ ਰਹਿੰਦਾ, ਜਿਹਨੂੰ ਪੁੱਛਦਾ ਕੋਈ ਨਹੀਂ। ਉਹ ਕਹਿੰਦਾ ਪਿਛਲੇ ਸਾਲ ਦੇ 2,60,000 ਕਰੋੜ ਨੇ, ਅਗਲੇ 10 ਸਾਲਾਂ 'ਚ 5 ਲੱਖ ਕਰੋੜ ਹੋ ਜਾਣਾ। ਉਹ ਗੱਲ ਕਰਜ਼ੇ ਦੀ ਕਰ ਰਿਹਾ। ਵੈਸੇ ਜਦੋਂ ਅਸੀਂ ਜਿੱਥੇ ਖੜੇ ਆ ਜਿਸ ਦਿਨ ਦੇ ਵਿੱਚ, ਉੱਥੇ 2,60,000 ਨਹੀਂ, 2,83,000 ਕਰੋੜ ਦੇ ਬੋਝ ਥੱਲੇ ਆ ਹਰ ਪੰਜਾਬੀ। ਇਹਦੇ ਤੇ ਗੱਲ ਕਰਦੇ ਆ। ਕੈਗ ਮਨਰੇਗਾ ਦੇ ਉੱਤੇ ਵੀ ਜ਼ਿਕਰ ਕਰਦਾ, ਕਹਿੰਦਾ ਮਰਿਆਂ ਨੂੰ ਹੀ ਦਈ ਜਾਂਦੇ ਹੋ, ਘੱਟੋ ਘੱਟ ਕੋਈ ਮੋਨੀਟਰ ਕਰ ਲਓ, ਜਿਹੜੇ ਮਰ ਗਏ ਉਹਨਾਂ ਨੂੰ ਲਿਸਟਾਂ ਚੋਂ ਕੱਢ ਲਓ। ਇਸੇ ਤਰੀਕੇ ਨਾਲ ਕੱਲ ਮੀਤ ਹੇਰ ਨੇ ਇੱਕ ਸਵਾਲ ਉਠਾਇਆ ਸੀ। ਕਹਿੰਦੇ ਪਿਛਲੇ 10, 15, 20 ਸਾਲਾਂ ਦੀਆਂ ਭਰਤੀਆਂ ਕੱਢ ਲਓ ਜਾਂ ਕੰਮ ਕੱਢ ਕੇ ਵੇਖ ਲਓ, ਜਦੋਂ ਚੁਣਾਵੀ ਸਾਲ ਹੁੰਦਾ ਸਾਰੇ ਕੰਮ ਉਸੇ ਸਾਲ 'ਚ ਹੁੰਦੇ। ਅਸੀਂ ਪਹਿਲੇ ਸਾਲ 'ਚ ਸ਼ੁਰੂ ਕੀਤੇ, ਉਹਦੀ ਗੱਲ 'ਚ ਦਮ ਲੱਗਦਾ ਆ ਦੂਜੀ 'ਚ, ਜਦੋਂ ਕਹਿੰਦੇ ਕਿ ਸਾਰੇ ਕੰਮ ਪੰਜਾਬ ਦੇ, ਸਾਰੀਆਂ ਭਰਤੀਆਂ ਚੁਣਾਵੀ ਸਾਲ 'ਚ ਹੋਈਆਂ। ਤੇ ਇੱਥੇ ਇੱਕ ਡਾਟਾ ਤੁਰਿਆ ਫਿਰਦਾ, ਇਹ ਵੀ ਕੈਗ ਦੇ ਅੰਤਰਗਤ ਹੈ। 2021-22 ਚ ਮਨਪ੍ਰੀਤ ਬਾਦਲ ਕੋਲੇ ਪ੍ਰਾਵਧਾਨ ਸੀ 1,79,000 ਕਰੋੜ। ਬਜਟ ਦੇ ਪ੍ਰਾਵਧਾਨ ਸੀਗੇ 1,79,000 ਕਰੋੜ ਖਰਚਿਆ ਜਾ ਸਕਦਾ ਸੀ, ਪਰ ਖਰਚਿਆ ਕਿੰਨਾ ਗਿਆ? 1,26,000 ਕਰੋੜ, ਲਗਭਗ 50,000 ਕਰੋੜ ਜਿਹੜਾ ਪੰਜਾਬ ਦੇ ਵਿਕਾਸ ਤੇ ਲੱਗਣਾ ਸੀ, ਉਹਨੂੰ ਚੁਣਾਵੀ ਸਾਲ ਲਈ ਸ਼ਾਇਦ ਰੱਖ ਲਿਆ। ਹੁਣ ਉਹ ਕਿੱਥੇ ਗਿਆ? ਉਹ ਲੈਪਸ ਹੋ ਗਿਆ। ਉਹਨੂੰ ਬਾਅਦ ਚ ਕਿੱਦਾਂ ਵਰਤਿਆ? ਇਹ ਸਾਰੀਆਂ ਗੱਲਾਂ ਅੱਗੇ ਕਰਾਂਗੇ। ਵਿਜੀਲੈਂਸ ਨੇ ਵੀ 2-3 ਮਾਮਲੇ ਅੱਗੇ ਵਧਾਏ, ਬਹੁਤ ਜ਼ਰੂਰੀ ਕਰਨ ਵਾਲੇ ਆ। ਨਰਿੰਦਰ ਸਿੰਘ ਧਾਲੀਵਾਲ, ਤੁਹਾਨੂੰ ਆਰਟੀਏ ਦਾ ਪਤਾ ਹੋਣਾ, ਜਦੋਂ ਪੀਸੀਐਸ ਅਧਿਕਾਰੀ ਮਾਸ ਲੀਵ ਤੇ ਚਲੇ ਗਈ ਸੀ, ਸਰਕਾਰ ਸੰਕਟ ਚ ਆ ਗਈ ਸੀ, ਬੜੇ ਰੌਲੇ ਪਏ। ਉਹਦੇ ਖਿਲਾਫ ਚਾਰਜਸ਼ੀਟ, ਜਿਹੜੀ ਇਨੀਸ਼ੀਅਲ ਚਾਰਜਸ਼ੀਟ ਆ, ਉਹ ਦਾਇਰ ਕੀਤੀ। ਭਰਤਿੰਦਰ ਸਿੰਘ ਚਾਲ ਪੋਲੀਟੀਕਲ ਰਜੀਮ ਦੇ ਸੱਤਾਧਾਰੀਆਂ ਦੇ ਸਭ ਤੋਂ ਚਹੇਤੇ, ਮੀਡੀਆ ਦੇ ਸਭ ਤੋਂ ਨੇੜੇ, ਉਹਨਾਂ ਨੂੰ ਮਾਰਚ 10 ਲਈ ਸੰਮਣ ਕੀਤਾ ਵਿਜੀਲੈਂਸ ਨੇ, ਤੇ ਕੱਲ ਮਾਰਚ 9 ਨੂੰ ਬ੍ਰਹਮਿੰਦਰਾ ਪੇਸ਼ ਹੋਣਗੇ। ਈਡੀ ਨੇ ਸਸੋਦੀਆ ਨੂੰ ਜੇਲ੍ਹ 'ਚ ਗ੍ਰਿਲ ਕਰ ਲਿਆ। ਔਰ ਇਹਦੇ ਨਾਲ ਨਾਲ ਅੰਮ੍ਰਿਤਪਾਲ ਦੇ ਸਾਥੀਆਂ ਦੇ ਹਥਿਆਰਾਂ ਦੇ ਲਾਇਸੈਂਸ ਦਾ ਜ਼ਿਕਰ ਹੋ ਰਿਹਾ ਕਿ ਉਹ ਰੱਦ ਕਰਨ ਦੀ ਪ੍ਰਕਿਰਿਆ ਅੰਤਮ ਫੇਜ਼ ਵਿੱਚ ਆ। ਆਮ ਆਦਮੀ ਕਲੀਨਿਕ ਤੇ ਵੈਲਨੈਸ ਸੈਂਟਰ ਦਾ ਕਲੱਬ ਹੋ ਰਿਹਾ ਹੈ, ਭਾਸਕਰ ਸਾਹਿਬ ਦੱਸਣਗੇ, ਨਹੀਂ ਹੋ ਰਿਹਾ। ਔਰ ਇਸੇ ਤਰੀਕੇ ਨਾਲ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬ੍ਰੀਚ ਨੂੰ ਲੈ ਕੇ ਇੱਕ ਵਾਰੀ ਫਿਰ ਇੱਕ ਰਿਪੋਰਟ ਆਈ ਹੈ, ਜਿਹਦੇ ਚ ਸਾਬਕਾ ਡੀਜੀਪੀ ਦਾ ਨਾਂ ਪ੍ਰਕਾਸ਼ਿਤ ਹੁੰਦਾ ਕਿ ਉਹਨਾਂ ਨੇ ਕੀ ਕਿਹਾ ਸੀ ਜਾਂਚ ਕਮੇਟੀ ਦੇ ਸਾਹਮਣੇ। ਬੜੇ ਦਿਲਚਸਪ ਤੱਥ ਹੈ। ਇੰਦਰਪ੍ਰੀਤ ਜੀ, ਸਭ ਤੋਂ ਪਹਿਲਾਂ 2-3 ਅੰਕ, ਵੈਸੇ ਬੋਰ ਨਾ ਹੋਇਓ ਦੋਸਤੋ, ਥੋੜੀ ਦਿਲਚਸਪੀ ਨਾਲ ਚੱਲਿਓ। ਇੰਦਰਪ੍ਰੀਤ ਜੀ, ਤੁਸੀਂ ਵੀ ਜ਼ਰਾ ਇਹਨੂੰ ਰਿਲੇਟ ਕਰਕੇ ਦੱਸਿਓ ਪੰਜਾਬ ਦੇ ਲੋਕਾਂ ਨਾਲ। 31,000 ਕਰੋੜ ਦਾ ਕਰਜ਼ਾ ਆਖਰੀ ਦਿਨ 2017 ਚੜਿਆ ਸੀ ਨਤੀਜੇ ਆਉਣ ਤੋਂ ਪਹਿਲਾਂ, ਕੱਲ ਉਹਨੂੰ ਪਾਸ ਕਰਤਾ ਗਿਆ। ਦੂਜਾ ਕੈਗ 2,60,000 ਕਰੋੜ ਨੂੰ 5 ਲੱਖ ਤੱਕ ਜਾਂਦਾ ਵੇਖਦਾ ਹੈ। 2-3 ਘਟਨਾਵਾਂ, ਇਹਨਾਂ ਨੂੰ ਥੋੜੀ ਜਿਹੀ ਜ਼ਬਾਨ ਦਿਓ। ਰੰਧਾਵਾ ਸਾਹਿਬ, ਅਸਲ 'ਚ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਸਟੇਟ ਦੇ ਵਿੱਚ ਕੋਈ ਵੀ ਖਰਚ ਜਿਹੜਾ ਫਾਈਨੈਂਸ਼ੀਅਲ ਹੈਗਾ, ਉਹਨੂੰ ਅਪਰੂਵਲ ਗਵਰਨਮੈਂਟ ਜਿਹੜੀ ਪੰਜਾਬ ਵਿਧਾਨ ਸਭਾ ਸਾਡੀ ਦਿੰਦੀ ਹੈ। ਇਹਦੇ ਵਿੱਚ ਸਭ ਤੋਂ ਇੰਟਰਸਟਿੰਗ ਚੀਜ਼ ਹੀ ਕੱਲ ਇਹ ਲੱਗੀ, ਬਹੁਤ ਐਨ ਅੰਤਿਮ ਟਾਈਮ 'ਚ ਆਇਆ ਇਹ ਬਿੱਲ, ਨਮਿੱਤਣ ਬਿੱਲ ਜਿਹਨੂੰ ਕਹਿੰਦੇ ਸੀਗੇ, ਬਹੁਤ ਲਾਸਟ 'ਚ। ਔਰ ਇੰਨਾ ਉਸ ਟਾਈਮ ਤੱਕ ਬੋਰ ਹੋ ਚੁੱਕਿਆ ਸੀ ਸੈਸ਼ਨ, ਤੇ ਤੋੜ ਵੀ ਦਿੱਤਾ ਸੀਗਾ। ਇਹਨਾਂ ਨੇ ਬ੍ਰੇਕ ਲੈ ਲਈ ਲੰਚ ਲਈ, ਫਿਰ ਇਹ ਪੇਸ਼ ਕੀਤਾ, ਤੇ ਕਿਸੇ ਦੀ ਕੋਈ ਇੰਟਰਸਟ ਹੀ ਨਹੀਂ ਸੀ ਕਿਸੇ 'ਚ।
ਤੇ ਜਦੋਂ ਉਹਨਾਂ ਨੇ ਅਸੀਂ ਉਹ ਦੇਖਿਆ, ਮੈਨੂੰ ਇੱਕ ਫਿਗਰ ਸੀ ਉਹਦੇ ਵਿੱਚ 34,000 ਕਰੋੜ ਰੁਪਏ ਦੀ, ਜਿਹੜੀ 2016-17 ਦੀ ਸੀ। ਮੈਂ ਕਿਹਾ ਵੀ ਇੰਨਾ ਇਹ ਅਨਪੂਰਕ ਮੰਗਾਂ ਹੁੰਦੀਆਂ ਨੇ, ਮਤਲਬ ਇਹਦਾ ਇਹ ਹੁੰਦਾ ਕਿ ਜਿਹੜੀਆਂ ਬਜਟ ਤੋਂ ਬਾਹਰ ਦੀਆਂ ਹੋ ਜਾਂਦੀਆਂ ਖਰਚ, ਮਤਲਬ ਬਜਟ ਜਿੰਨਾ ਰੱਖਿਆ ਹੁੰਦਾ ਉਸ ਤੋਂ ਇਲਾਵਾ ਵੀ ਖਰਚ ਕਰਨਾ ਪੈ ਜਾਂਦਾ, ਤਾਂ ਫਿਰ ਉਹ ਅਗਲੇ ਸਾਲ ਦਾ ਬਜਟ ਆਉਣ ਤੋਂ ਪਹਿਲਾਂ ਅਪਰੂਵ ਕਰਾ ਲੈਂਦੇ ਆ ਵਿਧਾਨ ਸਭਾ ਤੋਂ। ਪਰ 2016-17 ਦਾ 34,000 ਕਰੋੜ ਰੁਪਇਆ, ਮਤਲਬ ਇਹ ਸਮਝ ਨਹੀਂ ਆਈ ਵੀ ਇਹ ਇੰਨਾ ਖਰਚ ਹੋਇਆ ਕਦੋਂ ਸੀਗਾ। ਤਾਂ ਫਿਰ ਜਦੋਂ ਇਹ ਸਾਰਾ ਪਤਾ ਕੀਤਾ ਹਰਪਾਲ ਚੀਮਾ ਹੋਣਾ ਤੋਂ, ਤੇ ਜਿਹੜੇ ਫਾਈਨਾਂਸ ਦੇ ਹੋਰ ਬੰਦੇ ਹੈਗੇ ਆ, ਮੈਂ ਕਿਹਾ ਵੀ ਇਹ ਕਿਹੜਾ ਹੈ? ਉਹ ਕਹਿੰਦੇ ਯਾਰ ਇਹ 29,000 ਸਮਥਿੰਗ ਕਰੋੜ ਤਾਂ ਉਹ ਕਰਜ਼ਾ ਹੀ ਹੈ। ਮੈਂ ਉਹ ਆਪਾਂ ਕਿਸ਼ਤਾਂ ਪੇ ਕਰ ਰਹੇ ਉਹਦੀਆਂ, ਤਾਂ ਕਹਿੰਦੇ ਉਹ ਕਿਸ਼ਤਾਂ ਦਾ ਪੇ ਆਪਾਂ ਕੀ ਕਰ ਰਹੇ, ਉਹ ਤਾਂ ਕੱਟੀਆਂ ਹੀ ਜਾਂਦੀਆਂ ਨੇ ਪਹਿਲਾਂ ਹੀ, ਉਥੋਂ ਗਵਰਨਮੈਂਟ ਆਫ ਇੰਡੀਆ ਪਹਿਲਾਂ ਹੀ ਕੱਟ ਲੈਂਦੀ ਹੈ, ਤੇ ਇਹਨੂੰ ਅਪਰੂਵਲ ਦੇਣੀ ਹੁੰਦੀ ਹੈ। ਵਿਧਾਨ ਸਭਾ ਨੇ ਹਜੇ ਤੱਕ ਇਹਨੂੰ ਅਪਰੂਵਲ ਹੀ ਨਹੀਂ ਸੀ ਦਿੱਤੀ। ਉਹ ਇਸ ਫਿਰ ਅਸੀਂ ਕਿਹਾ ਵੀ ਇਹ ਤਾਂ ਬਹੁਤ ਸੀਰੀਅਸ ਇਸ਼ੂ ਹੈ ਵੀ ਅਪਰੂਵਲ ਹੀ ਨਹੀਂ ਹਜੇ ਤੱਕ ਦੇ ਰਹੀ, ਔਰ ਅਸੀਂ ਕਿਸ਼ਤਾਂ ਤਾਰੀ ਜਾ ਰਹੇ ਹਾਂ। ਫਿਰ ਇਹਦੇ ਬਾਰੇ ਇਹਨਾਂ ਸਾਰਿਆਂ ਤੋਂ ਪਤਾ ਕਰਨ ਦੀ ਜਦੋਂ ਕੋਸ਼ਿਸ਼ ਕੀਤੀ, ਤਾਂ ਇਹ ਆਇਆ ਕਿ ਗਵਰਨਮੈਂਟ ਆਫ ਜਿਹੜੀ ਪੰਜਾਬ ਲਾਸਟ ਕਾਂਗਰਸ ਵਾਲੀ ਸੀਗੀ, ਉਹ ਇਹ ਗੱਲ ਨੂੰ ਮੰਨਦੀ ਹੀ ਨਹੀਂ ਸੀ ਕਿ ਇਹ ਕਰਜ਼ਾ ਅਕਾਲੀ ਭਾਜਪਾ ਸਰਕਾਰ ਨੇ ਸਹੀ ਲਿੱਤਾ ਹੈ। ਉਹ ਕਹਿੰਦੇ ਸੀ ਵੀ ਇਹ ਵਿਵਾਦਿਤ ਕਰਜ਼ਾ ਹੈ, ਅਸੀਂ ਇਹਦੇ ਤੇ ਪੂਰੀ ਲੜਾਈ ਲੜੀ, 5 ਸਾਲ ਲੜਾਈ ਲੜੀ ਗਵਰਨਮੈਂਟ ਆਫ ਇੰਡੀਆ ਨਾਲ, ਵੀ ਇਹ ਤੁਸੀਂ ਠੀਕ ਨਹੀਂ ਕੀਤਾ, 31,000 ਕਰੋੜ ਰੁਪਏ ਸਾਡੇ ਪੰਜਾਬ ਦੇ ਉੱਤੇ ਬੋਝ ਪਾਤਾ ਤੁਸੀਂ। ਉਹਦੇ ਵਿੱਚ ਲੜਾਈ ਤਾਂ ਬਹੁਤ ਲੜੀ, ਕਿਉਂਕਿ ਜਦੋਂ ਜਿਹੜੇ ਆਪਣੇ ਪਿਛਲੇ ਫਾਈਨਾਂਸ ਮਿਨਿਸਟਰ ਸੀਗੇ ਪਰਮਿੰਦਰ ਸਿੰਘ ਢੀਂਡਸਾ ਹੋਣੀ, ਉਹਨਾਂ ਨਾਲ ਵੀ ਗੱਲਾਂ ਹੋਈਆਂ, ਤੇ ਉਹਨਾਂ ਨੇ ਕਿਹਾ ਸੀ ਵੀ ਗਵਰਨਮੈਂਟ ਦਸੰਬਰ ਦੇ ਵਿੱਚ, ਯਾਨੀ ਕਿ ਇਹ ਸਾਈਨ ਹੋ ਰਿਹਾ ਮਾਰਚ 'ਚ, ਦਸੰਬਰ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਇਹ ਮੰਨ ਗਈ ਸੀ ਗੱਲ, ਪ੍ਰਾਈਮ ਮਿਨਿਸਟਰ ਲੈਵਲ ਤੇ ਅਰੁਣ ਜੇਟਲੀ ਦੇ ਲੈਵਲ ਤੇ ਇਹ ਚੀਜ਼ਾਂ ਹੋ ਗਈਆਂ ਸੀ ਫਾਈਨਲ, ਕਿ ਜਿਹੜਾ 12,000 ਕਰੋੜ ਦਾ ਟੋਟਲ ਕਰਜ਼ਾ ਹੈ, ਜਿਸ ਤੇ 18,000 ਕਰੋੜ ਦਾ ਵਿਆਜ ਹੈ, ਤਾਂ ਵਿਆਜ ਜਿਹੜਾ ਹੈਗਾ ਉਹ 3 ਹਿੱਸੇ ਹੋਣਗੇ। ਉਹਦੇ ਇੱਕ ਹਿੱਸਾ ਪੰਜਾਬ ਸਰਕਾਰ ਸਾਈਨ ਕਰੂਗੀ, ਇੱਕ ਹਿੱਸਾ ਗਵਰਨਮੈਂਟ ਆਫ ਇੰਡੀਆ ਸਾਈਨ ਕਰੇਗੀ, ਔਰ ਇੱਕ ਹਿੱਸਾ ਜਿਹੜਾ 6,000 ਕਰੋੜ ਦਾ ਹੈ ਉਹ ਬੈਂਕ ਸਾਈਨ ਕਰਨਗੇ। ਪਰ ਜਦੋਂ ਸਰਕਾਰ ਚੇਂਜ ਹੋ ਗਈ, ਤਾਂ ਇਹ ਗਵਰਨਮੈਂਟ ਆਫ ਇੰਡੀਆ ਮੁੱਕਰ ਹੀ ਗਈ ਕਿ ਅਸੀਂ ਇਸ ਦੇ ਉੱਤੇ ਕੁਝ ਦੇਣਾ ਹੈ, ਤਾਂ ਯਾਨੀ ਕਿ ਸਾਰੇ ਦਾ ਸਾਰਾ ਜਿਹੜਾ ਇਹ ਕਰਜ਼ਾ ਹੈਗਾ ਉਹ ਪੰਜਾਬ ਦੇ ਸਿਰ ਤੇ ਆ ਗਿਆ। ਇਸ ਕਰਕੇ ਇਹਦੇ ਚ ਮੈਂ ਮੁਦਾਖਲਤ ਕਰਨਾ ਚਾਹੂੰਗਾ। ਜਦੋਂ ਲਾਸਟ ਸਹੀ ਪ੍ਰਧਾਨ ਮੰਤਰੀ ਦਫ਼ਤਰ ਦੇ ਨਾਲ ਮੀਟਿੰਗ ਤੋਂ ਬਾਅਦ, ਪ੍ਰਧਾਨ ਮੰਤਰੀ ਦੇ ਨਾਲ ਨਿੱਜੀ ਮੀਟਿੰਗ ਤੋਂ ਬਾਅਦ ਬਾਦਲ ਸਾਹਿਬ ਦੀ ਇਹ ਸਹੀ ਪੈ ਗਈ ਸੀ, ਨਵੇਂ ਨਤੀਜੇ ਆਉਣ ਤੋਂ ਪਹਿਲਾਂ, ਫਿਰ ਅਗਲੀ ਸਰਕਾਰ ਦੀ ਜ਼ਿੰਮੇਵਾਰੀ ਤੇ ਦੀ ਜਾਂਚ ਕਰਾਉਣ ਦੀ ਬਣਦੀ ਸੀ ਚਿੱਠੀ ਪੱਤਰ। ਇਹਦਾ ਮਤਲਬ ਸਿਧਾਂਤਕ ਤੌਰ ਤੇ ਤੈਅ ਹੋ ਚੁੱਕਿਆ ਸੀ ਕਿ ਇਹ 29,000 ਕੁਝ ਕਰੋੜ ਰੁਪਏ ਪੰਜਾਬ ਸਿਰ ਚੜ ਚੁੱਕੇ ਆ। ਇਹਦੇ ਵਿੱਚ ਨਵੀਂ ਸਰਕਾਰ ਦਾ ਲੈਣਾ ਦੇਣਾ ਸਿਰਫ ਇੰਨਾ ਸੀ ਕਿ ਉਹ ਤੈਅ ਕਰਦੀ ਕਿ ਕਿੱਥੇ ਕਿੱਥੇ ਕਮੀਆਂ ਰਹੀਆਂ, ਇਹ ਮੰਤਰਾਲੇ ਦੇ ਪੱਧਰ ਤੇ ਰਹੀਆਂ, ਇਹ ਅਧਿਕਾਰੀਆਂ ਦੇ ਪੱਧਰ ਤੇ ਰਹੀਆਂ, ਜ਼ਿਲ੍ਹਾ ਪੱਧਰ ਤੇ ਰਹੀਆਂ, ਕਿੱਥੇ ਕਿੱਥੇ ਪ੍ਰੋਕਿਉਰਮੈਂਟ ਤੇ ਇਹ ਸਾਰੇ ਮਾਮਲੇ ਪਿਛਲੇ ਕਿੰਨੇ ਸਾਲਾਂ 'ਚ ਫੈਲਿਆ, ਤੇ ਕੌਣ ਜ਼ਿੰਮੇਵਾਰ ਆ, ਤੇ ਇਹਦੀਆਂ ਜ਼ਿੰਮੇਵਾਰੀਆਂ ਫਿਕਸ ਕਰਨ ਤੋਂ, ਜਵਾਬਦੇਹੀ ਦਾ ਵਾਤਾਵਰਨ ਬਣਾਉਂਦੇ ਸਿਰਫ ਉਹਨਾਂ ਜ਼ਿੰਮੇ ਤੇ ਇੰਨਾ ਹੀ ਸੀ। ਹਾਂਜੀ, ਬਿਲਕੁਲ ਉਹਨਾਂ ਦੇ ਜਿੰਮੇ ਇੰਨਾ ਸੀ, ਔਰ ਉਹਨਾਂ ਨੇ ਇਹ ਇਸ਼ੂ ਉਠਾਏ ਵੀ। ਪਹਿਲਾਂ ਤੁਹਾਨੂੰ ਯਾਦ ਹੋਊਗਾ ਕਿ ਮਨਪ੍ਰੀਤ ਬਾਦਲ ਨੇ ਇੱਕ ਵਾਈਟ ਪੇਪਰ ਵੀ ਲੈ ਕੇ ਆਏ ਸੀ ਵਿਧਾਨ ਸਭਾ ਦੇ ਵਿੱਚ, ਜਿਸ 'ਚ ਉਹਨਾਂ ਨੇ ਕਿਹਾ ਸੀ ਵੀ ਦੇਖੋ ਇਹ ਜਿਹੜਾ 31,000 ਕਰੋੜ ਰੁਪਇਆ ਦਾ ਬੋਝ ਪਾਤਾ ਹੈ ਇੱਕ ਦਿਨ ਪਹਿਲਾਂ, ਇਹ ਨੈਤਿਕਤਾ ਦੇ ਤੌਰ ਤੇ ਠੀਕ ਨਹੀਂ ਹੈ, ਕਿਉਂਕਿ ਜਦੋਂ ਪਿਛਲੀ ਗਵਰਨਮੈਂਟ ਨੂੰ ਪਤਾ ਹੀ ਸੀ ਕਿ ਕੱਲ ਰਿਜ਼ਲਟ ਆਣੇ ਹੈ, ਤਾਂ ਇਹ ਫੈਸਲਾ ਲੈਣ ਦਾ ਅਧਿਕਾਰ ਵੀ ਨਵੀਂ ਸਰਕਾਰ ਨੂੰ ਦੇਣਾ ਚਾਹੀਦਾ ਸੀ, ਨਾ ਕਿ ਖੁਦ। ਜੇ ਨਵੀਂ ਸਰਕਾਰ ਆਂਦੀ ਤਾਂ ਸ਼ਾਇਦ ਉਹ ਆਪਣੇ ਲੈਵਲ ਤੇ ਉਹਨਾਂ ਨਾਲ, ਗਵਰਨਮੈਂਟ ਆਫ ਇੰਡੀਆ ਨਾਲ ਇਹਨੂੰ ਹੱਲ ਕਰਵਾਉਂਦੀ, ਪਰ ਇਹ ਉਹਨਾਂ ਨੇ ਇੱਕ ਦਿਨ ਪਹਿਲਾਂ ਕਰਕੇ ਪੰਜਾਬ ਦੇ ਸਿਰ ਤੇ 31,000 ਕਰੋੜ ਦਾ ਬੋਝ ਹੈ। ਪਰ ਇਹ ਕੱਲਾ 31,000 ਕਰੋੜ ਦਾ ਨਹੀਂ ਹੈ, ਇਹ ਤੁਸੀਂ ਰੰਧਾਵਾ ਸਾਹਿਬ ਅਗਰ ਇਹਨੂੰ ਤੁਸੀਂ ਕਾਊਂਟ ਕਰੋ ਨਾ ਜੀ, ਇਹ ਅਸੀਂ ਹਰ ਮਹੀਨੇ 270 ਕਰੋੜ ਰੁਪਏ ਕਿਸ਼ਤ ਦਿੰਦੇ ਹਾਂ, ਤੇ ਯਾਨੀ ਕਿ ਟੋਟਲ ਜਿਹੜੀ ਸਾਡੀ ਐਨੂਅਲ ਕਿਸ਼ਤ ਹੈ ਉਹ 3200 ਸਮਥਿੰਗ ਕਰੋੜ ਰੁਪਏ ਜਾਂਦੀ ਹੈ, ਤੇ ਅਸਲੀ 20 ਸਾਲ ਦੇਣੇ ਆ। ਇਹ ਤੁਸੀਂ ਦੇਖੋ ਨਾ, ਇਹ ਤਾਂ 60-65,000 ਕਰੋੜ ਦੇ ਲਾਗੇ ਚਾਗੇ ਚਲਾ ਜਾਣਾ ਹੈ, ਤੇ ਇੰਨਾ ਬੋਝ ਮਤਲਬ ਕੱਲਾ ਇਹ ਫੂਡ ਗ੍ਰੇਨਸ ਦਾ ਜਿਹੜਾ ਹੈਗਾ ਉਹ ਸਾਡੇ ਤੇ ਪੈ ਚੁੱਕਿਆ। ਨਵੀਂ ਸਰਕਾਰ ਨੇ ਜ਼ਰੂਰ ਇੱਕ ਕੰਮ ਅੱਛਾ ਕੀਤਾ ਸੀ ਕਿ ਜਦੋਂ ਫਾਈਨਾਂਸ ਕਮਿਸ਼ਨ ਇੱਥੇ 2019 ਚ ਆਇਆ ਸੀਗਾ, ਉਹਨਾਂ ਨੇ ਉਸ ਤੇ ਬਹੁਤ ਦਬਾਅ ਪਾਇਆ। ਇੱਕ ਮੈਨੂੰ ਯਾਦ ਹੈ ਰਮੇਸ਼ ਚੰਦ ਸੀਗੇ ਨੀਤੀ ਆਯੋਗ ਦੇ ਮੈਂਬਰ, ਉਹਨਾਂ ਦੀ ਅਗਵਾਈ ਹੇਠ ਉਹਨਾਂ ਨੇ ਕਮੇਟੀ ਬਣਾਈ, ਉਹਨਾਂ ਨੇ ਵੀ ਇਹ ਫਾਈਂਡ ਕਰ ਲਿਆ ਕਿ ਹਾਂ ਪੰਜਾਬ ਨਾਲ ਇਸ 'ਚ ਧੱਕਾ ਹੋਇਆ, ਤੇ ਉਹਨਾਂ ਨੇ ਡਾਇਰੈਕਟਲੀ ਤਾਂ ਸਾਨੂੰ ਪੈਸਾ ਨਹੀਂ ਦਿੱਤਾ, ਪਰ ਇਨਡਾਇਰੈਕਟਲੀ ਉਹਨਾਂ ਨੇ ਸਾਡੀ ਥੋੜੀ ਜਿਹੀ ਮਦਦ ਇਹ ਕਰਤੀ ਕਿ ਸਾਨੂੰ ਜਿਹੜੀਆਂ ਕੇਂਦਰੀ ਫਾਈਨਾਂਸ ਕਮਿਸ਼ਨ ਦੀਆਂ ਗ੍ਰਾਂਟਸ ਆਉਂਦੀਆਂ ਨੇ ਉਹ ਸਾਨੂੰ ਮਤਲਬ ਬਾਕੀ ਸਟੇਟਾਂ ਨਾਲੋਂ
ਥੋੜੀ ਜਿਹੀਆਂ ਵਧਾਤੀਆਂ, ਜਿਹਦੇ ਕਰਕੇ ਸਾਡਾ ਹੁਣ ਕੰਮ ਥੋੜਾ ਸਰ ਰਿਹਾ। ਅਦਰਵਾਈਜ਼ ਤੁਸੀਂ ਦੇਖੋ 16,000 ਕਰੋੜ ਦਾ ਸਾਡਾ GST ਖਤਮ ਹੋ ਚੁੱਕਿਆ ਤੇ 6800 ਕਰੋੜ ਰੁਪਏ ਦੀ ਸਾਡੇ ਤੇ ਸਬਸਿਡੀ ਦਾ ਬੋਝ ਜ਼ਿਆਦਾ ਵੱਧ ਚੁੱਕਿਆ। ਇਹ ਜੇ ਤੁਸੀਂ ਕੈਲਕੂਲੇਟ ਕਰੋ ਤਾਂ ਟੋਟਲ 22-23,000 ਕਰੋੜ ਹੋ ਜਾਂਦਾ ਹੈ। ਤਾਂ ਅਸੀਂ ਤਾਂ ਇਹ ਸਹਿਣਯੋਗ ਹੀ ਨਹੀਂ ਹੁੰਦੇ ਜੇਕਰ ਸਾਨੂੰ ਥੋੜੀ ਜਿਹੀ ਫਾਈਨਾਂਸ ਕਮਿਸ਼ਨ ਤੋਂ ਮਦਦ ਨਾ ਮਿਲ ਰਹੀ ਹੁੰਦੀ। ਮਤਲਬ ਇਹ ਤਾਂ ਹੈ ਨਾ ਕਿ ਕਿਸੇ ਕੇਸ ਵਿੱਚ ਕਿਸੇ ਨੂੰ ਸਜ਼ਾ ਕਰ ਦਿਓ ਤੇ ਨਾਲ ਹੀ ਕਹੋ ਵੀ ਸਜ਼ਾ ਤਾਂ ਤੈਨੂੰ ਗਲਤ ਹੋਈ ਹੈ ਪਰ ਮਾਫ ਨਹੀਂ ਕਰਨੀ, ਪਰ ਤੈਨੂੰ ਕੋਠੀ ਪਾ ਦੇਾਂਗੇ ਰਹਿਣ ਲਈ, ਜਦੋਂ ਤੂੰ ਸਜ਼ਾ ਭੁਗਤ ਲੇਗਾ ਤੈਨੂੰ ਕੋਠੀ ਮਿਲ ਜੂਗੀ। ਮੈਂ ਸਰਕਾਰਾਂ ਦਾ ਇਹ ਕਿਹਾ ਤਰੀਕਾ ਹੈ ਤੇ ਸਾਡੇ ਕੇਸ ਲੜਨ ਵਾਲੇ ਜਿਹੜੇ ਆ, ਔਰ ਜੇਕਰ ਕੱਲ ਵਿਧਾਨ ਸਭਾ ਦੇ ਵਿੱਚ ਇਹਨੂੰ ਅਨੁਪੂਰਕ ਮੰਗਾਂ ਦੇ ਵਿੱਚ ਵਾਧੂ ਖਰਚੇ ਹੋਇਆਂ ਚ ਪ੍ਰਵਾਨ ਕਰਤਾ ਗਿਆ, 6 ਸਾਲ ਪਹਿਲਾਂ ਦੇ ਵਾਧੂ ਖਰਚੇ ਨੂੰ ਪ੍ਰਵਾਨ ਕਰਤਾ ਗਿਆ ਕਿਉਂਕਿ ਕਾਗਜ਼ਾਂ 'ਚ ਖਲੋਤਾ ਹੋਊਗਾ ਤੇ ਇਹਨੂੰ ਕਰਨਾ ਹੀ ਪੈਣਾ ਸੀਗਾ, ਤੇ ਇਹ ਵੀ ਨਾ ਕਰਦੇ, ਜੇ ਕਰਦੇ ਵੀ ਤੇ ਇਹਦੇ ਨਾਲ ਜ਼ਿੰਮੇਵਾਰੀ ਫਿਕਸ ਕਰ ਦਿੰਦੇ। ਇੱਕ ਵਿਧਾਨ ਸਭਾ ਦੀ ਕਮੇਟੀ ਦਾ ਗਠਨ ਕਰਦੇ ਨਾਲ, ਤੁਸੀਂ ਵਿਧਾਨ ਸਭਾ 'ਚ ਪਾਸ ਕਰ ਰਹੇ ਹੋ, ਵਿਧਾਨ ਸਭਾ ਦੀ ਕਮੇਟੀ ਦਾ ਗਠਨ ਕਰਦੇ ਤੇ ਉਹਦੇ ਵਿੱਚ ਇਹ ਜ਼ਿੰਮੇਵਾਰੀਆਂ ਜਵਾਬਦੇਹੀ ਤੈਅ ਕਰਨ ਦਾ ਸਵਾਲ ਵੀ ਹੁੰਦਾ ਵੀ ਆਖਰ ਹੋਇਆ ਕਿਉਂ, ਗਲਤੀ ਕਿੱਥੇ ਹੋਈ, ਕਿਉਂ ਨਹੀਂ ਇਹਨੂੰ ਪਰਸੂ ਕੀਤਾ ਗਿਆ। ਵਿਧਾਨ ਦੀ ਸਹੁੰ ਚੱਕ ਕੇ ਮੰਤਰੀ ਬਣਨ ਵਾਲੇ, ਵਿਧਾਨ ਦੀ ਸਹੁੰ ਚੁੱਕ ਕੇ ਬਿਊਰੋਕਰੇਟ ਜਿਹੜੇ ਡਿਊਟੀ ਕਰਦੇ ਆ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਈ ਤੇ ਅੱਗੇ ਤੋਂ ਘੱਟੋ ਘੱਟ ਹਰ ਇੱਕ ਨੂੰ ਕੰਨ ਰਹਿੰਦੇ। ਹਾਂਜੀ ਭਾਸਕਰ ਸਾਹਿਬ। ਕੰਟਰੋਲਰ ਆਡੀਟਰ ਜਨਰਲ ਇਹ ਇੱਕ ਰਿਪੋਰਟ ਆਉਂਦੀ ਹੈ ਸਰਕਾਰ ਦੇ ਕੀਤੇ ਹੋਏ ਖਰਚੇ ਦਾ ਹਿਸਾਬ ਕਿਤਾਬ, ਕਿੱਥੇ ਜ਼ਿਆਦਾ ਤੇ ਕਿੱਥੇ ਘੱਟ ਖਰਚੇ ਆ। ਹੁਣ ਗੱਲ ਅਸੀਂ 31,000 ਕਰੋੜ ਦੀ ਕਰਦੇ ਹਾਂ, ਔਰ ਉਸ ਮੁੱਦੇ ਦੇ ਉੱਤੇ ਸੁਨੀਲ ਜਾਖੜ ਜਿਹੜੇ ਉਸ ਟਾਈਮ CLP ਲੀਡਰ ਵੀ ਹੁੰਦੇ ਸੀਗੇ, ਉਹਨਾਂ ਨੇ ਬੜੇ ਵੱਡੇ ਤਰੀਕੇ ਨਾਲ ਇਸ ਇਸ਼ੂ ਨੂੰ ਉਠਾਇਆ ਸੀਗਾ। ਈਵਨ ਵਿਧਾਨ ਸਭਾ ਦੇ ਵਿੱਚ ਉਹ ਮੋਟਰਸਾਈਕਲਾਂ ਵੀ ਲੈ ਕੇ ਆਏ ਸੀ, ਜਿਨ੍ਹਾਂ ਮੋਟਰਸਾਈਕਲਾਂ ਦੇ ਉੱਤੇ ਕੈਗ ਦੀ ਰਿਪੋਰਟ ਦੇ ਵਿੱਚ ਹੀ ਉਹ ਟਰੱਕ ਦੇ ਨੰਬਰ ਦਰਸਾਏ ਗਏ ਸੀ, ਔਰ ਉਹਦੇ ਵਿੱਚ ਲੱਖਾਂ ਕਰੋੜਾਂ ਰੁਪਏ ਦਾ ਅਨਾਜ ਢੋਆ ਢਵਾਈ ਉਹਦੇ 'ਚ ਹੋਈ ਸੀਗੀ। ਇਸ ਮੁੱਦੇ ਦੇ ਉੱਤੇ ਨਵੀਂ ਸਰਕਾਰ ਆਉਣ ਤੋਂ ਪਹਿਲੇ 2017 ਦੇ ਵਿੱਚ, ਬਿਲਕੁਲ ਠੀਕ ਕਹਿ ਰਹੇ ਇੰਦਰਪ੍ਰੀਤ ਜੀ, ਇੱਕ ਦਿਨ ਪਹਿਲੇ ਉਹ ਸਰਕਾਰ ਦੇ ਉੱਤੇ ਕਰਜ਼ਾ ਚਾੜ ਦਿੱਤਾ ਗਿਆ, ਔਰ ਇਹ ਪਹਿਲੀ ਵਾਰ ਹੋਇਆ ਸੀ ਜਿਹਨੂੰ ਆਪਾਂ ਘੁਟਾਲਾ ਕਹਿੰਦੇ ਆ, ਸਕੈਮ ਕਹਿੰਦੇ ਆ। ਉਸ ਸਕੈਮ ਨੂੰ ਸਟੇਟ ਫੰਡ ਕਰਨ ਵਾਸਤੇ ਤਿਆਰ ਹੋ ਗਈ ਸੀ, ਯਾਨੀ ਉਹ ਲੋਨ ਪੰਜਾਬ ਦੇ ਸਿਰ ਤੇ ਚੜ ਗਿਆ ਸੀਗਾ, ਔਰ ਉਸ ਟਾਈਮ ਇੱਕ ਸਮਝੌਤਾ ਵੀ ਹੋਇਆ ਸੀ, ਕੇਂਦਰ ਵੀ ਕੋਈ ਹਿੱਸਾ ਪਾਏਗਾ। ਪਿਛਲੇ ਦਿਨਾਂ ਦੇ ਵਿੱਚ ਹਰਪਾਲ ਚੀਮਾ ਉਹਨਾਂ ਨੇ ਕੇਂਦਰ ਦੇ ਨਾਲ ਇੱਕ ਮੰਗ ਰੱਖੀ ਸੀਗੀ, ਉਹਦੇ ਵਿੱਚ 6,100 ਕਰੋੜ ਦਾ ਜ਼ਿਕਰ ਸੀਗਾ। ਉਹ 6,100 ਕਰੋੜ ਰੁਪਇਆ ਉਹ ਸੀਗਾ ਜਦ ਉਸ ਟਾਈਮ 31,000 ਕਰੋੜ ਰੁਪਏ ਦੇ ਘੁਟਾਲੇ ਨੂੰ ਫੰਡ ਕਰਨ ਵਾਸਤੇ ਕੇਂਦਰ ਨੇ ਵੀ ਕੁਝ ਆਪਣਾ ਹਿੱਸਾ ਪਾਉਣ ਦੀ ਗੱਲ ਕੀਤੀ ਸੀ, ਜਿਹੜੇ ਹਜੇ ਤੱਕ ਪੰਜਾਬ ਨੂੰ ਨਹੀਂ ਮਿਲਿਆ। ਹੁਣ ਇਸ ਕੈਗ ਦੀ ਰਿਪੋਰਟ ਦੇ ਵਿੱਚ 3-4 ਗੱਲਾਂ ਹੋਰ ਵੀ ਬੜੀ ਇੰਪੋਰਟੈਂਸ ਰੱਖਦੀਆਂ ਕਿ ਅਸੀਂ ਜਿਹੜੇ ਸਾਡੇ 16 ਪਬਲਿਕ ਸੈਕਟਰ ਅੰਡਰਟੇਕਿੰਗ ਸੀਗੇ ਜਿਹਦੇ ਵਿੱਚ ਸਰਕਾਰ ਦੀ ਫੰਡਿੰਗ ਹੁੰਦੀ ਹੈ, ਉਹਨਾਂ ਨੂੰ ਵੀ ਉਹਨੇ ਪੌਣੇ ਭਾਅ ਵੇਚਿਆ ਗਿਆ। ਔਰ 3 ਇਸ ਤਰ੍ਹਾਂ ਦੀ ਪਬਲਿਕ ਸੈਕਟਰ ਅੰਡਰਟੇਕਿੰਗ ਸੀ, ਜਿੱਦਾਂ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸ਼ਨ, ਪੰਜਾਬ ਸਟੇਟ ਗ੍ਰੇਨ ਪ੍ਰੋਕਿਉਰਮੈਂਟ ਕਾਰਪੋਰੇਸ਼ਨ, ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ। ਇਹਨਾਂ ਦੇ ਵਿੱਚ ਮੈਕਸਿਮਮ ਘਾਟੇ ਸੀਗੇ, ਉਸ ਘਾਟੇ ਨੂੰ ਪੂਰਾ ਕਰਨ ਦੀ ਗੱਲ ਕਿਸੇ ਵੀ ਜਗ੍ਹਾ ਨਹੀਂ ਕੀਤੀ ਗਈ। ਔਰ ਇੱਥੇ ਤੱਕ ਕਿ ਮਨਰੇਗਾ ਦੇ ਵਿੱਚ ਵੀ ਮਰੇ ਹੋਏ ਲੋਕਾਂ ਨੂੰ ਕਿਸ ਤਰੀਕੇ ਨਾਲ ਕੰਮ ਤੇ ਰੱਖਿਆ ਗਿਆ, ਔਰ ਉਸ ਕੰਮ ਤੇ ਰੱਖਣ ਦੇ ਬਾਵਜੂਦ ਹਜੇ ਤੱਕ ਕਈਆਂ ਦੇ ਤੇ ਡਿਲੀਸ਼ਨ ਵੀ ਨਹੀਂ ਹੋਏ। ਪਿਛਲੇ ਦਿਨਾਂ ਦੇ ਵਿੱਚ ਪੈਨਸ਼ਨ, ਬੁਢਾਪਾ ਪੈਨਸ਼ਨ ਨੂੰ ਲੈ ਕੇ ਵੀ ਇੱਕ ਖਬਰ ਛਪੀ ਸੀਗੀ, ਜਿਹਦੇ ਵਿੱਚ ਦੱਸਿਆ ਸੀਗਾ ਕਿ ਬਹੁਤ ਸਾਰੇ ਲੋਕ ਜਿਹੜੇ ਕਈ ਸਾਲਾਂ ਤੋਂ ਮਰ ਗਏ ਨੇ, ਉਹਨਾਂ ਦੇ ਖਾਤੇ ਦੇ ਵਿੱਚ ਵੀ ਪੈਨਸ਼ਨ ਜਾ ਰਹੀ ਹੈ। ਔਰ ਹੁਣ ਸਰਕਾਰ ਇੱਕ ਨਵਾਂ ਨਿਯਮ ਵੀ ਲੈ ਕੇ ਆਈ ਸੀ, ਜਿਹੜੇ ਲੋਕ 3-4 ਮਹੀਨੇ ਆਪਣੀ ਪੈਨਸ਼ਨ ਨਹੀਂ ਕਢਾ ਰਹੇ, ਯਾਨੀ ਬੈਂਕਾਂ ਤੋਂ ਆਪਣੀ ਵਿਡਰਾ ਨਹੀਂ ਕਰ ਰਹੇ, ਉਹਨਾਂ ਦੀ ਵੀ ਇਨਕੁਆਇਰੀ ਹੋਏਗੀ। ਇਹ ਸਾਰੀ ਗੱਲਾਂ ਕਿਸੇ ਨਾ ਕਿਸੇ ਤਰੀਕੇ ਨਾਲ ਪਿਛਲੀ ਸਰਕਾਰਾਂ ਦੀ ਕਾਰਗੁਜ਼ਾਰੀ ਦੇ ਉੱਤੇ ਜਿਹੜੀ ਟਿੱਪਣੀ ਕਹੀਏ, ਟੀਕਾ ਟਿੱਪਣੀ ਕਹੀਏ, ਉਹਦੇ ਵਿੱਚ ਦੋਸ਼ ਕਹੀਏ, ਗੈਪ ਕਹੀਏ, ਉਹਨਾਂ ਸਾਰੀ ਗੱਲਾਂ ਦਾ ਜ਼ਿਕਰ ਇਸ ਕੈਗ ਰਿਪੋਰਟ ਦੇ ਵਿੱਚ ਹੈਗਾ। ਇੰਦਰਪ੍ਰੀਤ ਜੀ, ਦੂਜਾ ਮਾਮਲਾ ਵੀ ਇੰਨਾ ਹੀ ਦਿਲਚਸਪ ਹੈ, ਔਰ ਇਹ ਵੀ ਕੈਗ ਰਾਹੀਂ ਉਜਾਗਰ ਹੁੰਦਾ ਹੈ। ਜਦੋਂ ਮੀਂਹ ਤੇਰੇ ਕਹਿ ਰਹੇ ਸੀਗੇ ਨਾ ਕਿ ਆਖਰੀ ਸਾਲ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਤੇ ਆਪਣੇ ਸਾਰੇ ਟਰੈਕ ਰਿਕਾਰਡ ਕਢਾ ਲਓ, ਔਨ ਰਿਕਾਰਡ ਹੀ ਆ ਸਾਰਾ। ਔਨ ਰਿਕਾਰਡ ਇਹ ਗੱਲ ਹੈ ਕਿ ਸਾਰੀਆਂ ਭਰਤੀਆਂ ਚੁਣਾਵੀ ਸਾਲ ਚ ਹੋਈਆਂ ਤੇ ਸਾਰੇ ਖਰਚੇ ਵੀ, ਸੜਕਾਂ ਬਣਨ ਤੋਂ ਲੈ ਕੇ ਬਾਕੀ ਪ੍ਰੋਜੈਕਟ ਵੀ, ਉਹ ਚੁਣਾਵੀ ਸਾਲ ਚ ਕਿਉਂ ਹੁੰਦੇ ਤੇ ਬਾਕੀ 4 ਸਾਲ ਇਹ ਵਹਿੰਦੇ ਰਹਿੰਦੇ ਹੋ ਕਿ ਵੋਟਾਂ ਲੈਣ ਲਈ ਕੀ ਕਰਨਾ। ਇਹ ਜਿਹੜਾ 21-22 ਦਾ ਹੋਰ ਮਾਮਲਾ ਹੈ, ਸ਼ਾਇਦ ਇੱਥੇ ਪੰਜਾਬ ਸਰਕਾਰ ਨੂੰ ਕੋਈ ਐਕਸਟਰਾ ਪੈਸੇ ਲੈਣ ਦੀ ਪਰਮਿਸ਼ਨ ਮਿਲ ਗਈ ਸੀ ਆਪਣੇ ਜਿਹੜੀ ਇਨਵੈਸਟਮੈਂਟ ਹੈ ਇਨਫਰਾਸਟ੍ਰਕਚਰ ਲਈ। 1,79,000 ਕਰੋੜ ਦਾ ਸਾਡਾ ਪ੍ਰਸਤਾਵਿਤ ਬਜਟ ਸੀ, 1,79,000 ਕਰੋੜ ਦਾ, ਤੇ ਇਹਦੇ ਚੋਂ 1,26,000 ਕਰੋੜ ਖਰਚੇ ਗਏ।
50,000 ਕਰੋੜ ਜਿਹੜੇ ਖਰਚੇ ਜਾ ਸਕਦੇ ਸੀ, ਸ਼ਾਇਦ ਇਹ ਸੋਚ ਕੇ ਵੀ ਇਹਨੂੰ ਅਗਲੇ ਸਾਲ 22 ਵਾਲੇ ਚ, ਜਿਹੜਾ ਕੈਪਟਨ ਅਮਰਿੰਦਰ ਸਿੰਘ ਤੇ ਮੌਕਾ ਹੀ ਨਹੀਂ ਮਿਲਿਆ, ਮਨਪ੍ਰੀਤ ਨੂੰ ਤੇ ਮਿਲਿਆ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਪੈਸੇ ਖਰਚਣ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਬਹੁਤ ਰੌਲਾ ਤੇ ਲੜਾਈ ਪੈ ਗਈ ਸੀ। ਮਾਝਾ ਬ੍ਰਿਗੇਡ ਤੋਂ ਲੈ ਕੇ ਸਾਰੇ ਬਾਹਾਂ ਉਲਾਰੀ ਫਿਰਦੇ ਸੀ। ਕੈਪਟਨ ਸਾਹਿਬ ਚੁੱਪ ਚਪੀਤੇ ਨਿਕਲ ਗਏ ਸਤੰਬਰ ਚ। ਇਹ ਪੈਸੇ ਉਦੋਂ ਖਰਚੇ ਜਾਣੇ ਸੀ। ਇਹ ਵੈਸੇ ਟ੍ਰੈਂਡ ਮਾੜੇ, ਇਹ ਰੂਟੀਨ ਦੀ ਪ੍ਰਕਿਰਿਆ ਨੂੰ ਤੁਸੀਂ ਡਿਲੇ ਕਰਕੇ ਉਦੋਂ ਤੱਕ ਲੈ ਜਾਂਦੇ ਹੋ ਜਦੋਂ ਤੱਕ ਤੁਹਾਨੂੰ ਵਾਰਾ ਖਾਂਦੀ ਹੈ, ਤੇ ਫਿਰ ਇਹ ਪੈਸਿਆਂ ਦਾ ਬਣਦਾ ਕੀ ਹੈ, ਇਹ ਵੀ ਦੱਸੋ ਜਰਾ। ਰੰਧਾਵਾ ਸਾਹਿਬ, ਇਹ ਨਾ ਬਹੁਤ ਇੱਕ ਇੰਟਰਸਟਿੰਗ ਇਸ਼ੂ ਤੁਸੀਂ ਕਹਿ ਸਕਦੇ ਹੋ। ਅਸਲ 'ਚ ਕੀ ਹੋਇਆ, ਜਦੋਂ ਕਰੋਨਾ ਦੇ ਵਿੱਚ ਸਾਰੀਆਂ ਸਟੇਟਾਂ ਦਾ ਕੰਮਕਾਰ ਸਭ ਠੱਪ ਹੋ ਗਿਆ, ਤਾਂ ਸਾਰੀਆਂ ਸਟੇਟਾਂ ਨੇ ਗਵਰਨਮੈਂਟ ਆਫ ਇੰਡੀਆ ਤੋਂ ਪੈਸੇ ਮੰਗੇ ਕਿ ਸਾਨੂੰ ਐਡੀਸ਼ਨਲ ਪੈਸੇ ਦਿਓ, ਸਾਡੇ ਕੋਲ ਤਾਂ ਹੁਣ ਹੈ ਨਹੀਂਗੇ। ਤਾਂ ਉਹਨਾਂ ਨੇ ਇੱਕ ਵਿੱਚ ਵਾਲਾ ਰਾਹ, ਉਹ ਕਿਉਂਕਿ ਗਵਰਨਮੈਂਟ ਆਫ ਇੰਡੀਆ ਕੋਲ ਵੀ ਹੈ ਨਹੀਂ ਸੀ, ਕਰੋਨਾ ਤਾਂ ਹੁਣ ਸਾਰੇ ਕਿਤੇ ਹੀ ਸੀ, ਤਾਂ ਉਹਨਾਂ ਨੇ ਇੱਕ ਵਿੱਚ ਵਾਲਾ ਰਾਹ ਕੱਢਿਆ ਕਿ ਤੁਸੀਂ ਜਿਹੜੇ ਅਸੀਂ, ਸਾਡੇ ਕੋਲ ਇੱਕ ਲਿਮਿਟ ਹੁੰਦੀ ਹੈ ਸਾਡੇ ਕਰਜ਼ਾ ਲੈਣ ਦੀ, ਵੀ ਅਸੀਂ 3% ਹੀ GSDP ਦਾ ਲੈ ਸਕਦੇ ਹਾਂ। ਤਾਂ ਉਹਨਾਂ ਨੇ ਕਿਹਾ ਵੀ ਚਲੋ ਤੁਸੀਂ 1% ਹੋਰ ਲੈ ਲਓ, ਤਾਂ ਉਹਦੇ ਨਾਲ ਅਸੀਂ ਐਡੀਸ਼ਨਲ ਬੋਰਿੰਗ ਕਰਨ ਦੇ ਸਮਰਥ ਹੋ ਗਏ ਸੀਗੇ। ਤਾਂ ਇਹ, ਪਰ ਮਨਪ੍ਰੀਤ ਇਹ ਹੈਗੀ ਹੈ 2021 ਦੀ ਗੱਲ। ਤਾਂ ਮਨਪ੍ਰੀਤ ਬਾਦਲ ਹੋਰਾਂ ਨੇ ਨਾਲ ਸਾਡੀ ਗੱਲ ਵੀ ਹੋਈ ਸੀ ਵੀ ਤੁਸੀਂ ਐਡੀਸ਼ਨਲ ਬੋਰਿੰਗ ਕਰ ਰਹੇ ਹੋ ਕਿ ਨਹੀਂ ਕਰ ਰਹੇ। ਉਹ ਕਹਿ ਰਹੇ ਅਸੀਂ ਐਡੀਸ਼ਨਲ ਬੋਰਿੰਗ ਇਸ ਸਾਲ ਨਹੀਂ ਕਰਾਂਗੇ, ਅਗਲੇ ਸਾਲ ਕਰਾਂਗੇ, ਔਰ ਇਹ ਐਡੀਸ਼ਨਲ ਬੋਰਿੰਗ ਨਾ ਅਗਲੇ ਸਾਲ ਚਲੀ ਜਾਏਗੀ, ਸ਼ਿਫਟ ਹੋ ਜਾਂਦੀ ਹੁੰਦੀ ਹੈ। ਜੇ ਤੁਸੀਂ ਇਸ ਸਾਲ ਨਹੀਂ ਲਿੱਤਾ, ਤੁਹਾਡਾ ਹੱਕ ਸੀਗਾ, ਤੁਸੀਂ ਲੈ ਸਕਦੇ ਸੀਗੇ, ਪਰ ਤੁਸੀਂ ਅਗਰ ਨਹੀਂ ਲੈਂਦੇ ਤਾਂ ਉਹ ਅਗਲੇ ਸਾਲ 'ਚ ਸ਼ਿਫਟ ਹੋ ਜਾਂਦੇ ਆ। ਤਾਂ ਤੁਸੀਂ ਅਗਲੇ ਸਾਲ 'ਚ ਮਤਲਬ ਅਗਰ ਜੇ 25,000 ਕਰੋੜ ਲੈ ਸਕਦੇ ਹੋ ਤਾਂ ਉਹ 45,000 ਕਰੋੜ ਚਲਾ ਜਾਏਗਾ, ਜਿੰਨਾ ਵੀ ਤੁਸੀਂ ਸੇਵਿੰਗ ਕੀਤੀ ਹੈ। ਤਾਂ ਇਹ ਜਿਹੜੀ ਐਡੀਸ਼ਨਲ ਬੋਰਿੰਗ ਅਗਲੇ ਸਾਲ ਇਸ ਕਰਕੇ ਉਹਨਾਂ ਨੇ ਰੱਖ ਲਈ ਕਿ ਉਹ ਇਲੈਕਸ਼ਨ ਈਅਰ ਹੈਗਾ, ਤੇ ਅਸੀਂ ਦੱਬ ਕੇ ਮਤਲਬ ਕੰਮ-ਕੁਮ ਕਰਾਂਗੇ, ਤੇ ਜਦੋਂ ਪੈਸਾ ਪੂਸਾ ਜਦੋਂ ਕੰਮ ਹੁੰਦੇ ਦਿਖਣਗੇ ਤਾਂ ਹੋ ਸਕਦਾ ਹੈ ਲੋਕ ਸਾਨੂੰ ਵੋਟਾਂ ਵੀ ਪਾ ਦੇਣ। ਤੇ ਉਦੋਂ ਤੱਕ ਕਾਂਗਰਸ ਦੀ ਹਾਲਤ ਵੀ ਇਹੀ ਸੀ ਕਿ ਉਹਨਾਂ ਨੂੰ ਸਾਹਮਣੇ ਕੋਈ ਚੁਣੌਤੀ ਦਿਖੀ ਨਹੀਂ ਰਹੀ ਸੀ। ਅਕਾਲੀ ਦਲ ਬੁਰੀ ਤਰ੍ਹਾਂ ਇਹਦੇ 'ਚ ਫਸਿਆ ਹੋਇਆ ਸੀ, ਜਿਹੜਾ ਬੇਦਬੀ ਕਾਂਡ ਦੇ ਵਿੱਚ, ਤੇ ਆਪ ਵੀ ਬਹੁਤ ਬਿਖਰੀ ਹੋਈ ਸੀ, ਟੁੱਟ ਚੁੱਕੀ ਸੀਗੀ ਕਈ ਹਿੱਸਿਆਂ ਦੇ ਵਿੱਚ। ਕਿਸੇ ਨੂੰ ਆਸ ਹੀ ਨਹੀਂ ਸੀ ਵੀ ਆਮ ਆਦਮੀ ਪਾਰਟੀ ਇਸ ਕਦਰ ਉੱਪਰ ਆਏਗੀ। ਪਰ ਜਿਸ ਦਿਨ ਇਹ ਬਜਟ ਪਾਸ ਹੋਇਆ 1,79,000 ਕਰੋੜ ਦਾ, ਉਸੇ ਮਾਰਚ ਦੇ ਵਿੱਚ ਬੇਦਬੀ ਕਾਂਡ ਦੇ ਉੱਤੇ ਹਾਈ ਕੋਰਟ ਦਾ ਫੈਸਲਾ ਆਇਆ, ਕੋਟਕਪੂਰਾ ਉਹਦੇ ਉੱਤੇ, ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਸਿੱਟ ਹੈ ਇਹਨੂੰ ਹਟਾਓ, ਨਵੀਂ ਬਣਾਓ। ਉਹ ਸਾਰਾ ਯੂ ਟਰਨ ਸੀ ਉੱਥੇ। ਉਹ ਤੋਂ ਬਾਅਦ ਜਿਹੜੀ ਕਾਂਗਰਸ ਦੀ ਦੁਰਗਤੀ ਹੋਈ ਹੈ ਅਗਲੇ ਮਤਲਬ ਸਤੰਬਰ ਤੱਕ, ਤੁਸੀਂ ਦੇਖੋ ਕਾਂਗਰਸ ਦੇ ਵਿੱਚ ਕਿੰਨੀ ਜ਼ਬਰਦਸਤ ਲੜਾਈ ਰਹੀ ਹੈ। ਸਾਰਾ ਧਿਆਨ ਹੀ ਉਸ ਪਾਸੇ ਚ ਨੂੰ ਚਲਾ ਗਿਆ ਕਿ ਪਹਿਲਾਂ ਤਾਂ ਸਰਕਾਰ ਹੀ ਕਿਵੇਂ ਬਚਾਣੀ ਹੈ, ਕੌਣ DPRs ਬਣਾਉਂਦਾ, ਜਿਹੜੇ ਪ੍ਰੋਜੈਕਟਾਂ ਦੀ ਕੌਣ ਅਪਰੂਵਲ ਦਿੰਦਾ, ਉਹ ਸਾਰਾ ਕੰਮ ਹੀ ਰੁਕ ਗਿਆ। ਤੇ ਜਦੋਂ ਸਤੰਬਰ ਅਕਤੂਬਰ ਦੇ ਵਿੱਚ ਚੰਨੀ ਹੋਰਾਂ ਨੇ ਸਾਂਭਿਆ, ਉਦੋਂ ਤੱਕ ਉਹਨਾਂ ਕੋਲ ਟਾਈਮ ਹੀ ਇੰਨਾ ਥੋੜਾ ਰਹਿ ਗਿਆ ਕਿ ਉਹ, ਹਾਲਾਂਕਿ ਉਹਨਾਂ ਦੇ ਬਾਰੇ ਸੀਗਾ ਕਿ ਉਹ 20 ਘੰਟੇ ਕੰਮ ਕਰ ਰਹੇ ਆ, ਪਰ ਜੇ ਕੰਮ ਤਾਂ ਉਹ 20 ਘੰਟੇ ਕਰ ਸਕਦੇ ਨੇ, ਬਾਕੀ ਅਧਿਕਾਰੀ ਥੋੜਾ ਜਿਨ੍ਹਾਂ ਨੇ ਕੰਮ ਕਰਨਾ ਉਹ ਤਾਂ 6-7 ਘੰਟੇ ਹੀ ਕੰਮ ਕਰਦੇ ਆ। ਤੇ ਉਹ ਸਾਰਾ ਮੈਚ ਹੀ ਨਹੀਂ ਹੋ ਪਾਇਆ, ਜਿਹਦੇ ਕਰਕੇ ਜਿਹੜਾ 1,79,000 ਕਰੋੜ ਦਾ ਅਸੀਂ ਬਜਟ ਰੱਖਿਆ ਸੀ, ਉਹ ਚ ਸਿਰਫ 101.26 ਲੱਖ ਕਰੋੜ ਹੀ ਖਰਚ ਹੋਇਆ। ਉਹ ਵੀ ਜ਼ਿਆਦਾਤਰ ਸੈਲਰੀ ਜਾਂ ਵਿਆਜ ਦੀ ਕਿਸ਼ਤਾਂ, ਸਬਸਿਡੀ, ਇਹੀ ਅਸੀਂ ਦੇ ਪਾਏ। ਬਾਕੀ ਅਸੀਂ ਜਿਹੜਾ ਕੈਪੀਟਲ ਐਕਸਪੈਂਡੀਚਰ ਸੀਗਾ, ਜਿਹੜਾ ਡਿਵੈਲਪਮੈਂਟ ਦੇ ਵਰਕਸ ਤੇ ਖਰਚ ਹੋਣਾ ਸੀਗਾ, ਉਹ ਅਸੀਂ ਕਰ ਹੀ ਨਹੀਂ ਪਾਏ। ਸੋ ਇਹ ਇੱਕ ਦੇਖੋ, ਇੱਕ ਲਰਨਿੰਗ ਵੀ ਹੈਗੀ ਇੱਥੇ ਕਿ ਕਦੇ ਵੀ ਇਸ ਤਰ੍ਹਾਂ ਦੇ ਮੌਕੇ ਆ ਸਕਦੇ ਆ। ਇਸ ਕਰਕੇ ਸਾਨੂੰ ਲਗਾਤਾਰਤਾ ਬਣਾਉਣੀ ਚਾਹੀਦੀ ਹੈ। ਜਿਵੇਂ ਕੱਲ ਮੀਤ ਹੇਅਰ ਨੇ ਅੱਛਾ ਕਿਹਾ ਇਹ ਗੱਲ, ਮੈਨੂੰ ਉਹਨਾਂ ਦਾ ਪੁਆਇੰਟ ਬੜਾ ਅੱਛਾ ਲੱਗਿਆ ਕਿ ਸਾਰੀਆਂ ਭਰਤੀਆਂ ਲਾਸਟ ਈਅਰ 'ਚ ਹੀ ਕਿਉਂ, ਮਤਲਬ ਤੁਸੀਂ ਇਹ ਦੱਸਣਾ ਚਾਹੁੰਦੇ ਹੋ ਵੀ ਮੈਂ ਯਾਰ ਤੈਨੂੰ ਭਰਤੀ ਕਰ ਲਿਆ, ਦੇਖ ਤੇਰੇ ਪਰਿਵਾਰ ਦੀਆਂ ਹੁਣ ਵੋਟਾਂ ਮੈਨੂੰ ਮਿਲਣੀਆਂ ਚਾਹੀਦੀਆਂ ਨੇ। ਸੋ ਜੇ ਸਾਡੇ ਮਤਲਬ ਮਾਈਂਡ ਸੈਟ ਦੇ ਵਿੱਚ ਇਸ ਤਰ੍ਹਾਂ ਦੀ ਸੋਚਾਂ ਰੱਖ ਕੇ ਡਿਵੈਲਪਮੈਂਟ ਹੋਊਗੀ ਸਟੇਟ ਦੀ, ਤਾਂ ਮੈਨੂੰ ਲੱਗਦਾ ਕਿ ਸਟੇਟ ਬਹੁਤ ਲਾਸ 'ਚ ਹੀ ਰਹੂਗੀ। ਇਹਨੂੰ ਜਿਹੜਾ ਤੁਸੀਂ ਪਹਿਲਾਂ ਆਪਣੇ ਇੰਟਰੋ ਦੇ ਵਿੱਚ ਇੱਕ ਗੱਲ ਕੀਤੀ ਸੀ ਕਿ ਅਸੀਂ, ਕੈਗ ਨੇ ਕਿਸ ਤੇ ਵੀ ਇਸ਼ਾਰਾ ਕੀਤਾ ਹੈ ਕਿ ਅਸੀਂ ਅਗਲੇ 5-10 ਸਾਲਾਂ ਦੇ ਵਿੱਚ 5 ਲੱਖ ਕਰੋੜ ਦੇ ਕਰਜ਼ੇ ਥੱਲੇ ਹੋ ਜਾਾਂਗੇ। ਦੇਖੋ, ਕਰਜ਼ਾ ਤਾਂ ਵਧੂਗਾ ਹੀ ਜਦੋਂ ਆਮਦਨੀਆਂ ਨਹੀਂ ਵੱਧਦੀਆਂ। ਜਦੋਂ ਅਸੀਂ ਇਨਫਰਾਸਟ੍ਰਕਚਰ ਤੇ ਆਪਣੇ ਪੈਸਾ ਹੀ ਖਰਚ ਨਹੀਂ ਕਰ ਰਹੇ, ਜਿੱਥੋਂ ਫਿਰ ਅਰਨਿੰਗ ਸਾਨੂੰ ਹੋਣੀ ਹੈ, ਤਾਂ ਫਿਰ ਕਰਜ਼ੇ ਨੇ ਤਾਂ ਫਿਰ ਵਧ ਹੀ ਜਾਣਾ। ਇਹ ਇੱਕ ਹੋਰ ਬਹੁਤ ਸੀਰੀਅਸ ਇਸ਼ੂ ਕੈਗ ਨੇ ਇਸ 'ਚ ਉਠਾਇਆ ਹੈ ਕਿ 10 ਲੱਖ ਕਰੋੜ ਦਾ ਕਰਜ਼ਾ ਹੋ ਜਾਏਗਾ। ਹਜੇ ਮੈਂ ਤੁਹਾਨੂੰ ਦੱਸਾਂ ਰੰਧਾਵਾ ਸਾਹਿਬ, ਇਹ ਵੀ ਇੱਕ ਬੜਾ ਇੰਟਰਸਟਿੰਗ ਪੁਆਇੰਟ ਹੈ। ਜਿਹੜਾ 2,83,000 ਕਰੋੜ ਦੀ ਤੁਸੀਂ ਫਿਗਰ ਬੋਲੀ ਹੈ, ਉਹਦੇ 'ਚ 31,000 ਕਰੋੜ ਸ਼ਾਮਿਲ ਨਹੀਂ ਹੈ, ਉਹਦੇ 'ਚ ਨਾ ਹੀ 18,000 ਕਰੋੜ ਰੁਪਏ ਬਿਜਲੀ ਬੋਰਡ ਦਾ ਸ਼ਾਮਿਲ ਨਹੀਂ ਹੈ।
ਇਹ ਅਲੱਗ ਤੋਂ ਨੇ ਜਿਹੜੇ ਲੌਂਗ ਟਰਮ ਕਰਜ਼ੇ ਅਸੀਂ ਮਤਲਬ ਐਡੀਸ਼ਨਲ ਲਿੱਤੇ ਹੋਏ ਨੇ, ਇਹ ਉਸ ਦੇ ਵਿੱਚ ਸ਼ਾਮਿਲ ਨਹੀਂ ਹੈ। ਜੇ ਤੁਸੀਂ ਉਹਨਾਂ ਨੂੰ ਵੀ ਮਿਲਾਓਗੇ ਤਾਂ ਇਹ ਫਿਗਰ ਜਿਹੜੀ 2,83,000 ਕਰੋੜ ਦੀ ਤੁਸੀਂ ਹੁਣ ਬੋਲੀ ਹੈ, ਇਹਦੇ ਚ ਤੁਹਾਨੂੰ ਘੱਟੋ ਘੱਟ ਨਹੀਂ ਤਾਂ 50,000 ਕਰੋੜ ਰੁਪਇਆ ਹੋਰ ਐਡ ਕਰਨਾ ਪਊਗਾ। ਫਿਰ ਤੁਹਾਨੂੰ ਐਗਜ਼ੈਕਟ ਫਿਗਰ ਪਤਾ ਚੱਲੂਗੀ ਕਿ ਪੰਜਾਬ ਦੇ ਸਿਰ ਤੇ ਐਗਜ਼ੈਕਟ ਇਸ ਟਾਈਮ 31 ਮਾਰਚ ਜਿਹੜਾ ਹੁਣ ਆ ਰਿਹਾ 23 ਤੱਕ, ਤਾਂ ਉਸ ਤੇ ਕਿੰਨਾ ਕਰਜ਼ਾ ਸਾਡੇ ਉੱਤੇ ਹੈ। ਤੇ ਤੁਸੀਂ ਹੁਣ ਸ਼ਾਇਦ ਇੱਕ ਦਿੱਲੀ ਦੀ ਇੱਕ ਤੁਹਾਨੂੰ ਰਿਪੋਰਟ ਪੜ੍ਹੀ ਸੀ ਪਿਛਲੇ ਮਹੀਨਿਆਂ ਦੇ ਵਿੱਚ ਹੀ ਛਪੀ ਹੈ ਕਿ ਪੰਜਾਬ ਹਾਈਐਸਟ ਬੋਰਿੰਗ ਵਾਲਾ ਸਟੇਟ ਬਣ ਗਿਆ। 53% ਉਹਦੇ ਤੇ ਜੀਐਸਟੀਪੀ ਦਾ ਕਰਜ਼ਾ ਇਸ ਟਾਈਮ ਖੜਾ ਹੈ। ਹਾਂ, ਅਸੀਂ ਉੱਪਰਲੀਆਂ ਸਟੇਟਾਂ ਜਿਹੜੀਆਂ ਇਸ ਮਾਮਲੇ 'ਚ ਉਹਨਾਂ ਦੇ ਕੋਲ ਜਾ ਕੇ ਖੜ ਗਏ ਆ। ਤੇ ਵੈਸੇ ਚੰਗਾ ਹੀ ਆ, ਉਂਝ ਮੈਂ ਤਾਂ ਇਹ ਦੇਖਦਾ ਵੀ ਨਹੀਂ ਖਰਚਾ ਹੋਇਆ 50,000 ਕਰੋੜ। ਇਹਨਾਂ ਕਿਹੜਾ ਕਿਤੇ ਇਨਫਰਾਸਟ੍ਰਕਚਰ ਤੇ ਲਾਉਣਾ ਸੀ। ਪੰਜਾਬ ਦੀ ਡਿਵੈਲਪਮੈਂਟ ਇਸ ਨਜ਼ਰੀਏ ਤੋਂ ਕੀਤੀ ਜਾਵੇ ਕਿ ਇੰਡਸਟਰੀ ਵਿਕਸਿਤ ਹੋਵੇ, ਇੱਥੋਂ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਿ ਉਹਦੇ ਨਾਲ ਸਾਡੀ GDP ਤੇ ਬਾਕੀ ਚੀਜ਼ਾਂ 'ਚ ਵਾਧਾ ਹੋਵੇ। ਇਹਨਾਂ ਨੇ ਰਿਓੜੀਆਂ ਹੀ ਵੰਡਣੀਆਂ ਸੀ ਉਸ ਸਾਲ 'ਚ। ਜੇ ਵੇਖਿਆ ਜਾਵੇ ਤਾਂ ਕਿਹੜੀ ਕੋਈ ਚੱਜ ਦੀ ਕੰਸਟਰਕਟਿਵ ਕੰਮ ਇਹ ਕਰਦੇ ਨੇ ਪੋਲੀਟੀਸ਼ੀਅਨ। ਚੰਗਾ ਹੋਇਆ ਇਹ 50,000 ਕਰੋੜ ਨਹੀਂ ਵਰਤੋਂ ਚ ਆਇਆ। ਭਾਸਕਰ ਸਾਹਿਬ, ਆਪਾਂ ਚੱਲੀਏ ਵਿਜੀਲੈਂਸ ਵੱਲ। ਕਾਫੀ ਦੇਰ ਹੋ ਗਿਆ, ਉਧਰ ਸ਼ਾਂਤੀ ਹੈ। ਭਰਤਿੰਦਰ ਚਾਲ ਨੂੰ ਸੱਦਿਆ 10 ਨੂੰ, ਆਉਣਗੇ, ਲੱਭੇ ਨਹੀਂ ਉਦੋਂ ਦੇ ਜਦੋਂ ਦੇ ਉਹਨਾਂ ਦੀ ਜਾਂਚ ਸ਼ੁਰੂ ਹੋਈ। ਕੱਲ 9 ਮਾਰਚ ਨੂੰ ਬ੍ਰਹਮ ਮਹਿੰਦਰਾ ਅੱਗੇ ਵੀ ਨਹੀਂ ਆਏ, ਸ਼ਾਇਦ ਬਹੁਤਾ ਜ਼ਿਆਦਾ ਕੋਈ। ਕੱਲ ਫਿਰ ਸੱਦਿਆ। ਨਰਿੰਦਰ ਸਿੰਘ ਧਾਲੀਵਾਲ ਦੇ ਖਿਲਾਫ ਬੜਾ ਇਨ ਟਾਈਮ ਇੱਕ ਇਨੀਸ਼ੀਅਲ ਜਿਹੜੀ ਚਾਰਜਸ਼ੀਟ ਉਹ ਦਾਖਲ ਕੀਤੀ ਗਈ ਹੈ। 3 ਚੀਜ਼ਾਂ ਇਕੱਠੀਆਂ ਕਲੱਬ ਕਰੋ ਜ਼ਰਾ। ਲੁਧਿਆਣੇ ਦੇ ਆਰਟੀਏ ਨਰਿੰਦਰ ਸਿੰਘ ਧਾਲੀਵਾਲ ਹੋਣਾ, ਜਿਨ੍ਹਾਂ ਦੀ ਅਰੈਸਟ ਤੋਂ ਬਾਅਦ PCS ਆਫੀਸਰਸ ਐਸੋਸੀਏਸ਼ਨ ਜਿਸ ਤਰੀਕੇ ਨਾਲ ਸਰਕਾਰ ਦੇ ਨਾਲ ਟਕਰਾਵ ਦੇ ਮੋੜ ਦੇ ਵਿੱਚ ਆ ਗਈ ਸੀ, ਔਰ ਬਾਅਦ ਚੋਂ ਸਰਕਾਰ ਦੀ ਉਹ ਧਮਕੀ 2 ਵਜੇ ਤੱਕ ਅੰਦਰ ਆ ਜਾਓ ਨਹੀਂ ਤੇ ਫਿਰ ਬਾਹਰ ਕਰ ਦਾਂਗੇ, ਯਾਨੀ ਸਰਵਿਸ ਦੇ ਵਿੱਚ ਗੈਪ, ਉਹ ਸਾਰੀ ਗੱਲਾਂ ਦੇ ਬਾਵਜੂਦ ਵਿਜੀਲੈਂਸ ਬਿਊਰੋ ਆਪਣੀ ਇਨਵੈਸਟੀਗੇਸ਼ਨ ਨੂੰ ਲਗਾਤਾਰ ਅੱਗੇ ਤੋੜਦਾ ਰਿਹਾ। ਤੇ ਹੁਣ ਪ੍ਰੀਲਿਮਿਨਰੀ ਚਾਰਜਸ਼ੀਟ ਉਹ ਵੀ ਹੁਣ ਲੁਧਿਆਣਾ ਕੋਰਟ ਦੇ ਵਿੱਚ ਉਹਨਾਂ ਨੇ ਪੇਸ਼ ਕਰਤੀ, ਔਰ ਬੜੀ ਜਲਦੀ ਫਾਈਨਲ ਚਲਾਨ, ਯਾਨੀ ਪੂਰਾ ਜਿਹਨੂੰ ਕਹਿੰਦੇ ਆ ਕਿ ਵੀ ਪੱਕਾ ਚਲਾਨ, ਉਹ ਵੀ ਪੇਸ਼ ਕਰਨ ਦੀ ਤਿਆਰੀ ਵਿਜੀਲੈਂਸ ਬਿਊਰੋ ਕਰ ਰਿਹਾ। ਉਸ ਤੋਂ ਇਲਾਵਾ 10 ਤਰੀਕ ਨੂੰ ਭਰਤਿੰਦਰ ਸਿੰਘ ਚਾਲ, ਜਿਨ੍ਹਾਂ ਦੇ ਇੱਕ ਉਹ ਮੈਰਿਜ ਪੈਲੇਸ ਹੈਗਾ ਬੜਾ ਸ਼ਾਨਦਾਰ, ਉਹਦਾ ਨਾਂ ਵੀ ਬੜਾ ਅਜੀਬ ਜਿਹਾ ਹੈਗਾ, ਦੁਬਈ ਵਾਲਾ ਅਲ-ਕਜ਼ਾਰ ਮੈਰਿਜ ਪੈਲੇਸ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਵਿਜੀਲੈਂਸ ਬਿਊਰੋ ਵਾਲੇ ਪੂਰੇ ਫੀਤਾ ਫੂਤਾ ਲੈ ਕੇ ਪਹੁੰਚੇ ਹੋਏ ਸੀਗੇ। ਇੱਕ ਝੂਮਰ ਤੋਂ ਲੈ ਕੇ ਸਾਰੀ ਗੱਲਾਂ ਦੀ ਅਸੈਸਮੈਂਟ ਉਹਨਾਂ ਨੇ ਕੀਤੀ, ਔਰ ਬਾਅਦ ਚੋਂ ਇੱਕ LOC ਨੋਟਿਸ ਵੀ ਭਰਤਿੰਦਰ ਸਿੰਘ ਚਾਲ ਉਹਨਾਂ ਦੇ ਖਿਲਾਫ ਉਹਨਾਂ ਨੇ ਜਾਰੀ ਕਰਤਾ ਸੀਗਾ, ਪਰ ਹਜੇ ਤੱਕ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ਼ ਨਹੀਂ ਹੋਏ। ਇੱਕ ਟਾਈਮ ਸੀਗਾ ਜਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਵਿਜੀਲੈਂਸ ਬਿਊਰੋ ਦੇ ਉਹਨੂੰ ਚਲਾਉਣ ਵਾਲੇ ਹੀ ਆ ਜਿਹੜੇ BIS ਚਾਲ ਉਹਨਾਂ ਦਾ ਨਾਂ ਆਂਦਾ ਸੀਗਾ। ਅੱਜ ਉਸ ਵਿਜੀਲੈਂਸ ਬਿਊਰੋ ਦੇ ਵਿੱਚੋਂ ਹੀ ਬੁਲਾਵਾ ਹੈ ਤੇ 10 ਮਾਰਚ ਨੂੰ ਪੇਸ਼ ਹੋਣ ਵਾਸਤੇ ਕਿਹਾ। ਜਦ ਇਸ ਅਲ-ਕਜ਼ਾਰ ਮੈਰਿਜ ਪੈਲੇਸ ਦਾ ਉਦਘਾਟਨ ਸੀਗਾ 2018 ਦੇ ਵਿੱਚ, ਤੇ ਉਹਦੇ ਵਿੱਚ ਸਰਕਾਰ ਦੇ ਸਾਰੇ ਵੱਡੇ ਵੱਡੇ ਮੰਤਰੀ ਔਰ ਇੱਥੇ ਤੱਕ ਕਿ ਵਿਜੀਲੈਂਸ ਬਿਊਰੋ ਦੇ ਵੱਡੇ ਵੱਡੇ ਅਫਸਰ ਉਹ ਵੀ ਉੱਥੇ 4-5 ਘੰਟੇ ਖਾਂਦੇ ਪੀਂਦੇ ਰਹੇ ਸੀਗੇ, ਪੂਰਾ ਮौज ਕਰਦੇ ਸੀਗੇ ਉਸ ਇਨੋਗ੍ਰੇਸ਼ਨ ਦੇ ਵਿੱਚ। ਪਰ ਹੁਣ ਉਸੇ ਵਿਜੀਲੈਂਸ ਬਿਊਰੋ ਦੇ ਅਫੀਸ਼ੀਅਲਸ ਨੇ ਬੁਲਾ ਲਿਆ, ਸੱਦ ਲਿਆ। ਮਾਰਚ 10 ਨੂੰ ਆਂਦੇ ਆ ਨਹੀਂ ਆਂਦੇ ਆ ਇਹਦੀ ਜਾਣਕਾਰੀ ਸਾਨੂੰ ਨਹੀਂ, ਪਰ ਆਣਾ ਪੈਣਾ ਜ਼ਰੂਰ ਹੈ। ਔਰ ਕੱਲ ਮਾਰਚ 9 ਹੋਲੀ ਤੋਂ ਇੱਕ ਦਿਨ ਬਾਅਦ ਉਹ ਜਿਹੜੇ ਬ੍ਰਹਮ ਮਹਿੰਦਰਾ ਹੈਗੇ ਨੇ, ਜਿਨ੍ਹਾਂ ਨੂੰ 2 ਵਾਰ ਸੱਦਾ ਭੇਜਿਆ ਗਿਆ, ਉਹ 2 ਵਾਰ ਕੋਈ ਨਾ ਕੋਈ ਬਹਾਨਾ ਮਾਰ ਕੇ ਕਹਿੰਦੇ ਨੇ ਕਿ ਨਹੀਂ ਜੀ ਮੈਂ ਤੇ ਹਜੇ ਰਾਏਪੁਰ ਹੈਗਾ। ਬਾਅਦ ਚ ਉਹਨਾਂ ਨੇ ਕਿਹਾ ਜੀ ਮੈਂ ਬਹੁਤ ਬਿਜ਼ੀ ਹੈਗਾ, ਮੈਂ ਆਉਂਗਾ। ਮਾਰਚ 9 ਦੇ ਵਿੱਚ ਉਹਨਾਂ ਨੂੰ ਤੀਜਾ ਸੰਮਨ ਹੈਗਾ, ਤੇ ਕੱਲ ਉਹ ਪੇਸ਼ ਹੁੰਦੇ ਆ ਕਿ ਨਹੀਂ ਹੁੰਦੇ ਇਹ ਤੇ ਨਹੀਂ ਪਤਾ, ਪਰ ਹਾਂ ਫਿਲਹਾਲ ਤੀਜੀ ਵਾਰੀ ਤੋਂ ਬਾਅਦ ਕੋਈ ਵੱਡਾ ਸੱਦਾ ਵੀ ਆ ਸਕਦਾ ਹੈ, ਔਰ ਕੋਈ ਸੰਮਨ ਕਿਸੇ ਹੋਰ ਰੂਪ ਦੇ ਵਿੱਚ ਵੀ ਆ ਸਕਦੇ ਨੇ। ਇਸ ਗੱਲ ਦੀ ਵੀ ਕੰਸੋ ਵਿਜੀਲੈਂਸ ਬਿਊਰੋ ਤੋਂ ਸਾਨੂੰ ਲੱਗੀ। ਇੰਦਰਪ੍ਰੀਤ ਜੀ, ਲਗਾਤਾਰ ਪੰਜਾਬ ਦੇ ਵਿੱਚ ਮਾਹੌਲ ਨੂੰ ਲੈ ਕੇ, ਅਮਨ ਕਾਨੂੰਨ ਨੂੰ ਲੈ ਕੇ ਕੋਈ ਨਾ ਕੋਈ ਚਰਚਾ ਜ਼ਰੂਰ ਚੱਲਦੀ ਹੈ। ਕੱਲ ਰਾਜਾ ਵੜਿੰਗ ਨੇ ਵਿਧਾਨ ਸਭਾ ਦੇ ਅੰਦਰ ਔਰ ਵਿਧਾਨ ਸਭਾ ਦੇ ਬਾਹਰ ਮਰਹੂਮ ਸਿੱਧੂ ਮੂਸੇਵਾਲੇ ਦੇ ਪੇਰੈਂਟਸ ਨੇ ਆਪਣਾ ਪ੍ਰਦਰਸ਼ਨ ਕੀਤਾ, ਤੇ ਹੁਣ ਜਿਹੜੀ ਇੱਕ ਖਬਰ ਹੈ ਕਿ ਅੰਮ੍ਰਿਤਪਾਲ ਸਿੰਘ, ਕਿਉਂਕਿ ਅਜਨਾਲਾ ਮਾਮਲੇ ਨੂੰ ਕਾਫੀ ਪ੍ਰਮੁੱਖਤਾ ਨਾਲ ਅਜੇ ਵੀ ਚਰਚਾ ਚ ਲਿਆਂਦਾ ਜਾਂਦਾ ਹੈ, ਉਹਨਾਂ ਦੇ ਜਿਹੜੇ ਸਾਥੀ ਹੈ ਉਹਨਾਂ ਦੇ ਹਥਿਆਰਾਂ ਦੇ ਲਾਇਸੈਂਸ ਨੂੰ ਲੈ ਕੇ ਇੱਕ ਪ੍ਰਕਿਰਿਆ ਤੁਰੀ ਹੈ। ਰਿਵਿਊ ਹੋ ਰਹੇ ਆ, ਕੁਝ ਰੱਦ ਕਰਤੇ ਹੈ, ਕੁਝ ਕੀਤੇ ਜਾਣੇ ਆ। ਇਹਨੂੰ ਸਾਰੇ ਨੂੰ ਕਿਵੇਂ ਦੇਖੀਏ ਕਿ ਇਹ ਵਿਰੋਧੀ ਧਿਰਾਂ ਦਾ ਦਬਾਅ ਜਾਂ ਸਰਕਾਰ ਦੀ ਇਹ ਨੀਤੀ
ਕਿ ਦਿਨ ਤਿਉਹਾਰ ਲੰਘਣ ਤੋਂ ਬਾਅਦ ਜੇ ਕੋਈ ਪ੍ਰਕਿਰਿਆ 'ਚ ਹੈ ਮਾਮਲਾ ਤੇ ਉਹਨੂੰ ਅੱਗੇ ਵਧਾ ਦਿੱਤਾ ਜਾਵੇ? ਮੈਨੂੰ ਲੱਗਦਾ ਕਿ ਇਹ ਵਿਰੋਧੀ ਧਿਰਾਂ ਦਾ ਦਬਾਅ ਹੀ ਹੈ, ਕਿਉਂਕਿ ਮੈਂ ਪਿਛਲੇ 2-3 ਦਿਨ ਦਾ ਜਦੋਂ ਦਾ ਸੈਸ਼ਨ ਚੱਲ ਰਿਹਾ ਹੈ ਤਾਂ ਮੈਂ ਦੇਖ ਰਿਹਾ ਕਿ ਅਗਰ ਸਰਕਾਰ ਕਿਸੇ ਇਸ਼ੂ ਦੇ ਉੱਤੇ ਬੈਕਫੁੱਟ ਤੇ ਹੈ ਤਾਂ ਉਹ ਲਾਅ ਐਂਡ ਆਰਡਰ ਤੇ ਹੀ ਹੈ, ਬਾਕੀ ਤੇ ਤਾਂ ਉਹ ਬੜੇ ਫਰੰਟ ਫੁੱਟ ਤੇ ਹੈ, ਕਿਉਂਕਿ ਉਹਨਾਂ ਕੋਲ ਬੈਗੇਜ ਤਾਂ ਕੋਈ ਹੈ ਨਹੀਂ ਹੈ, ਕਰਪਸ਼ਨ ਦਾ ਉਹਨਾਂ ਦੇ ਕੋਈ ਚਾਰजेस ਨਹੀਂ ਹੈ, ਕੰਮ ਉਹ ਕਰ ਰਹੇ ਹੈ, ਬਿਜਲੀ ਵੀ ਉਹਨਾਂ ਨੇ ਸਭ ਨੂੰ 300 ਯੂਨਿਟ ਫ੍ਰੀ ਦੇ ਹੀ ਦਿੱਤੀ ਹੈ। ਤਾਂ ਇਸ ਤਰ੍ਹਾਂ ਦੇ ਤਾਂ ਕੋਈ ਚੀਜ਼ਾਂ ਉਹਨਾਂ ਤੇ ਹੈ ਨਹੀਂ, ਪਰ ਅਗਰ ਉਹ ਕਿਸੇ ਚੀਜ਼ ਤੇ ਫਸਦੇ ਹੈ, ਮਤਲਬ ਉੱਤੇ ਵਿਧਾਨ ਸਭਾ ਦੇ ਵਿੱਚ ਵੀ, ਤਾਂ ਉਹ ਲਾਅ ਐਂਡ ਆਰਡਰ ਤੇ ਫਸਦੇ। ਹਾਲਾਂਕਿ ਕੱਲ ਮੀਤ ਹੇਅਰ ਨੇ ਲਾਅ ਐਂਡ ਆਰਡਰ ਤੇ ਵੀ ਮਤਲਬ ਉਹਨਾਂ ਨੂੰ ਕਾਰਨਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇਹਦੇ ਵਿੱਚ ਹੀ ਸਭ ਤੋਂ ਜਿਹੜਾ ਇੰਪੋਰਟੈਂਟ ਇਸ਼ੂ ਹੈ ਜਿਸ ਤੇ ਉਹ ਫਸਦੇ ਆ ਉਹ ਹੈਗਾ ਅਜਨਾਲੇ ਵਾਲਾ, ਜਿਹਦੇ ਚ ਥਾਣੇ ਦਾ ਘਿਰਾਓ ਹੋਇਆ ਤੇ ਲੋਕ ਹਥਿਆਰਬੰਦ ਹੋ ਕੇ ਜਿਸ ਤਰ੍ਹਾਂ ਪਹੁੰਚੇ ਹੈ, ਪੁਲਿਸ ਨਾਲ ਭਿੜੰਤ ਹੋਈ ਹੈ, ਸਾਰਾ ਕੁਝ ਉਹਦੇ ਚ ਉਹਨੂੰ ਬਹੁਤ ਸੀਰੀਅਸਲੀ ਦੇਖਿਆ ਜਾ ਰਿਹਾ ਹੈ। ਤਾਂ ਇਹ ਗੱਲ ਉਹ ਇਸ਼ੂ ਬਾਰ-ਬਾਰ ਉੱਥੇ ਉਠਾਉਂਦੇ ਰਹੇ ਵੀ ਇਹ ਜਿਹੜੇ ਉਹਦੇ ਆਸ-ਪਾਸ ਬੰਦੇ ਨਾਲ ਚੱਲਦੇ ਹੈ, ਉਹਨਾਂ ਕੋਲੇ ਜਿਹੜੇ ਹਥਿਆਰ ਨੇ, ਇਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ, ਕਿਉਂ ਤੁਸੀਂ ਇਸ ਤਰ੍ਹਾਂ ਲੈ ਕੇ ਚੱਲਣ ਦੀ ਇਜਾਜ਼ਤ ਦੇ ਰਹੇ ਹੋ? ਤਾਂ ਜਦੋਂ ਇਸ ਸਾਰੇ ਬੰਦੇ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕੌਣ ਨੇ, ਉਹਨਾਂ ਦੇ ਹਥਿਆਰ ਕਿੱਥੋਂ ਨੇ, ਕਦੋਂ ਆਏ ਉਹਨਾਂ ਕੋਲੇ, ਚਾਹੀਦਾ ਵੀ ਉਹਨਾਂ ਨੂੰ ਕਿ ਨਹੀਂ ਚਾਹੀਦਾ, ਉਹ ਸਾਰਾ ਜਦੋਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਿਆ ਕਿ ਇੱਕ ਬੰਦੇ ਦਾ ਜਿਹੜਾ ਲਾਇਸੈਂਸ ਹੈ ਉਹ ਤਾਂ ਰੱਦ ਕੀਤਾ ਜਾ ਚੁੱਕਿਆ ਹੈ 18 ਤਰੀਕ ਨੂੰ, ਯਾਨੀ ਕਿ ਅਜਨਾਲਾ ਕਾਂਡ ਤੋਂ ਸ਼ਾਇਦ ਪਹਿਲਾਂ ਹੀ ਮਤਲਬ ਇਹ ਰੱਦ ਕਰਤਾ ਸੀ। ਬਾਕੀਆਂ ਦੀ ਜਿਹੜੀ ਉਹ ਇੱਕ ਰਿਪੋਰਟ ਉਹਨਾਂ ਨੇ ਦਿੱਤੀ ਹੈ ਉਹਦੇ ਚ ਆਇਆ ਕਿ ਜਿਹੜੇ ਬਾਕੀ ਦੇ ਹੈਗੇ ਆ ਉਹ ਹਜੇ ਔਨ ਪ੍ਰੋਸੈਸ ਹੈ, ਹਜੇ ਮਤਲਬ ਲਾਇਸੈਂਸ ਰੱਦ ਨਹੀਂ ਕੀਤੇ, ਯਾਨੀ ਕਿ ਹਜੇ ਤੱਕ ਉਹ ਚੱਲ ਹੀ ਸਕਦੇ ਆ। ਪਰ ਇਸ ਤਰ੍ਹਾਂ ਚੱਲਣਾ ਕੀ ਠੀਕ ਹੈ ਕਿ ਨਹੀਂ, ਇਸ ਤੇ ਲੈ ਕੇ ਮਤਲਬ ਬੜਾ ਡਰ ਦਾ ਇੱਕ ਮਾਹੌਲ ਤਾਂ ਰਹਿੰਦਾ ਹੀ ਹੈ। ਜਦੋਂ ਦੇਖੋ ਤੁਸੀਂ ਕਿਸੇ ਬੰਦੇ ਨਾਲ ਇਸ ਤਰ੍ਹਾਂ 10-12 ਬੰਦੇ ਹਥਿਆਰ ਲੈ ਕੇ ਚੱਲਣਗੇ ਤਾਂ ਦੂਜੀਆਂ ਕਮਿਊਨਿਟੀਜ਼ ਨੂੰ ਡਰ ਤਾਂ ਲੱਗਦਾ ਹੀ ਹੈ। ਤੇ ਇਸੇ ਡਰ ਦੇ ਵਿੱਚੋਂ ਹੀ ਜਿਹੜਾ ਭਾਜਪਾ ਹੋਵੇ ਚਾਹੇ ਕਾਂਗਰਸ ਹੋਵੇ, ਇਹ ਸਾਰੇ ਮਤਲਬ ਸਰਕਾਰ ਦੇ ਉੱਤੇ ਨਿਸ਼ਾਨਾ ਬਣਾ ਰਿਹਾ ਕਿ ਹਜੇ ਤੱਕ ਉਹ ਕਾਰਵਾਈ ਕਿਉਂ ਨਹੀਂ ਕਰ ਰਿਹਾ। ਅੱਜ 13ਵਾਂ ਦਿਨ ਹੈ ਅਜਨਾਲਾ ਕਾਂਡ ਹੋਏ ਨੂੰ, ਪਰ ਕਾਰਵਾਈ ਕਿਉਂ ਨਹੀਂ ਹੋ ਰਹੀ? ਤਾਂ ਇਹ ਮੈਨੂੰ ਲੱਗਦਾ ਕਿ ਉਸੇ ਕਾਰਵਾਈ ਦੇ ਪ੍ਰੋਸੈਸ ਨੇ ਜਿਹੜੇ ਚਲਾਏ ਜਾ ਰਹੇ ਹਨ। ਭਾਸਕਰ ਸਾਹਿਬ, ਕੱਲ ਨੂੰ ਮੇਰੇ ਖਿਆਲ ਜਿਹੜੇ ਅਸ਼ਵਨੀ ਸ਼ਰਮਾ ਨੇ ਬੀਜੇਪੀ ਦੇ ਆਗੂ, ਕੱਲ ਉਹ ਕੋਈ ਮਾਰਚ ਕਰ ਰਹੇ ਆ, ਕੋਈ ਇਸ ਤਰ੍ਹਾਂ ਦਾ ਡੈਮੋਨਸਟ੍ਰੇਸ਼ਨ ਕਰ ਰਹੇ ਆ ਅਮਨ ਕਾਨੂੰਨ ਨੂੰ ਲੈ ਕੇ, ਤੇ ਤੁਸੀਂ ਨਾਮ ਹੀ ਇਹਨਾਂ ਵਿਅਕਤੀਆਂ ਦੇ ਮੇਰੇ ਨਾਲ ਜ਼ਿਕਰ ਕਰ ਰਹੇ ਸੀ ਕਿ ਜਿਨ੍ਹਾਂ ਦੇ ਹਥਿਆਰਾਂ ਦੇ ਲਾਇਸੈਂਸ ਪ੍ਰਕਿਰਿਆ 'ਚ ਨੇ, ਪ੍ਰੋਸੈਸ 'ਚ ਨੇ, ਰਿਵਿਊ 'ਚ ਨੇ। ਜੀ ਬਿਲਕੁਲ, ਕੱਲ ਮਾਰਚ 9 ਨੂੰ ਵਿਧਾਨ ਸਭਾ ਦਾ ਘਿਰਾਵ ਕਰਨਗੇ ਬੀਜੇਪੀ ਦੇ ਆਗੂ। ਹਾਲਾਂਕਿ ਐਮਐਲਏ ਤੇ ਉਹਨਾਂ ਦੇ ਸਿਰਫ 2 ਹੀ ਨੇ, ਪਰ ਵਰਕਰ ਕਾਫੀ ਸਾਰੇ ਨੇ ਤੇ ਉਹ ਵਿਧਾਨ ਸਭਾ ਦਾ ਘਿਰਾਵ ਕਰਨਗੇ। ਹੁਣ ਗੱਲ ਅੰਮ੍ਰਿਤਪਾਲ ਦੇ ਉਹਨਾਂ ਸਿਕਿਉਰਿਟੀ ਬਾਡੀਗਾਰਡ ਕਹਿ ਲਓ ਜਾਂ ਸਿਕਿਉਰਿਟੀ ਵਾਲੇ ਕਹਿ ਲਓ, ਜਿਹੜਾ ਇੱਕ ਪੂਰੀ ਯਾਨੀ ਇੱਕ ਜਿਹੜਾ ਉਹ ਪਾਉਂਦੇ ਨੇ ਗਲੇ ਦੇ ਵਿੱਚ ਗੋਲੀਆਂ ਦਾ ਹਾਰ, ਉਹਦੇ ਉੱਤੇ ਕਈ ਵਾਰ ਸਵਾਲ ਉੱਠੇ ਨੇ। ਅਜਨਾਲਾ ਇਨਸੀਡੈਂਟ ਤੋਂ ਲੈ ਕੇ ਹੁਣੇ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਨੇ ਸਿਕਿਉਰਿਟੀ ਵੈਪਨਸ ਦੇ ਲਾਇਸੈਂਸ ਨੂੰ ਰਿਵਿਊ ਕੀਤਾ ਸੀਗਾ। ਉਸ ਰਿਵਿਊ ਦੇ ਦੌਰਾਨ ਵੀ ਇਹਨਾਂ ਦਾ ਜ਼ਿਕਰ ਨਹੀਂ ਸੀ, ਪਰ ਹਾਂ ਹੁਣ ਸਿਕਿਉਰਿਟੀ ਵੈਪਨਸ ਉਹਨਾਂ 9 ਵਿਅਕਤੀਆਂ ਦੇ ਜਿਹੜੇ ਅੰਮ੍ਰਿਤਪਾਲ ਉਹਨਾਂ ਦੇ ਨਾਲ ਹਮੇਸ਼ਾ ਰਹਿੰਦੇ ਨੇ, ਉਹਨੂੰ ਰਿਵਿਊ ਕਰਨਾ ਸ਼ੁਰੂ ਕੀਤਾ ਪੁਲਿਸ ਨੇ। ਇੱਕ ਗੁਰਭੇਜ ਸਿੰਘ ਉਹਨਾਂ ਦਾ ਲਾਇਸੈਂਸ ਫਰੀਦਕੋਟ ਕੋਰਟ ਨੇ ਉਹ ਫਰਵਰੀ 20 ਨੂੰ ਕੈਂਸਲ ਵੀ ਕਰਤਾ ਸੀਗਾ। ਔਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ 2 ਉਹਨਾਂ ਦੇ ਬਾਡੀਗਾਰਡ ਵਰਿੰਦਰ ਸਿੰਘ ਤੇ ਤਲਵਿੰਦਰ ਸਿੰਘ, ਉਹਨਾਂ ਦੇ ਲਾਇਸੈਂਸ ਬਣੇ ਨੇ ਜੰਮੂ ਐਂਡ ਕਸ਼ਮੀਰ ਤੋਂ, ਤੇ ਉੱਥੇ ਦੀ ਵੀ ਜੰਮੂ ਐਂਡ ਕਸ਼ਮੀਰ ਦੀ ਐਡਮਿਨਿਸਟ੍ਰੇਸ਼ਨ ਨੂੰ ਵੀ ਲਿਖਤਾ ਹੈ ਕਿ ਇਹਨਾਂ ਲਾਇਸੈਂਸਸ ਨੂੰ ਰੱਦ ਕੀਤਾ ਜਾਏ। ਇੱਕ ਰਾਮ ਸਿੰਘ ਬਰਾੜ ਹੈਗੇ ਆ, ਗੁਰਮੀਤ ਸਿੰਘ ਹੈਗੇ ਆ, ਗੁਰਮੀਤ ਸਿੰਘ ਹੈਗਾ ਮੋਗੇ ਦਾ, ਔਰ ਰਾਮ ਸਿੰਘ ਬਰਾੜ ਹੈਗਾ ਫਰੀਦਕੋਟ ਦਾ। ਇਹਨਾਂ ਦਾ ਰਿਵਿਊ ਪੈਂਡਿੰਗ ਹੈਗਾ, ਯਾਨੀ ਸਰਕਾਰ ਹੁਣ ਐਕਸ਼ਨ ਮੋਡ ਦੇ ਵਿੱਚ ਤੇ ਨਜ਼ਰ ਆ ਰਹੀ ਹੈ। ਭਾਵੇਂ ਡੀਜੀਪੀ ਉਹਨਾਂ ਨੇ ਅਜਨਾਲਾ ਇਨਸੀਡੈਂਟ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਸੀ ਕਿ ਅਸੀਂ ਸੀਸੀਟੀਵੀ ਕੈਮਰੇ ਖੰਗਾਲ ਰਹੇ ਹਾਂ ਔਰ ਅਜਨਾਲਾ ਇਨਸੀਡੈਂਟ ਦੇ ਵਿੱਚ ਜੋ ਵੀ ਵਿਅਕਤੀ ਵਾਇਲੈਂਸ ਦੇ ਵਿੱਚ ਸ਼ਾਮਿਲ ਸੀਗਾ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ। ਇਸ ਮੁੱਦੇ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਵੀ ਸਰਕਾਰ ਘਿਰਦੀ ਨਜ਼ਰ ਆਉਂਦੀ ਹੈ ਔਰ ਕੱਲ ਮਾਰਚ 9 ਨੂੰ ਬੀਜੇਪੀ ਦੇ ਆਗੂ ਵੀ ਇਸ ਮੁੱਦੇ ਨੂੰ ਲੈ ਕੇ ਵਿਧਾਨ ਸਭਾ ਦਾ ਘਿਰਾਵ ਕਰਨਗੇ। ਇਹ ਜਿਹੜਾ ਤੁਸੀਂ ਰੱਦ ਕੀਤਾ ਕੋਰਟ ਵੱਲੋਂ ਨਹੀਂ, ਇਹ ਐਸਐਸਪੀ ਹਰਜੀਤ ਸਿੰਘ ਨੇ ਇਹਦੇ ਉੱਤੇ ਮੇਰੇ ਖਿਆਲ ਥੋੜੀ ਡਿਟੇਲ ਦਿੱਤੀ ਆ ਕਿ ਉਹਨਾਂ ਦਾ ਰੱਦ ਕੀਤਾ ਗਿਆ। ਭਾਸਕਰ ਸਾਹਿਬ, ਇੱਕ ਤੁਸੀਂ ਖਬਰ ਨਾਲ ਹੋਰ ਵੀ ਮੇਰੇ ਖਿਆਲ ਲੈਣਾ ਚਾਹ ਰਹੇ ਸੀਗੇ, ਇਹ ਆਮ ਆਦਮੀ ਪਾਰਟੀ ਦੇ ਆਮ ਆਦਮੀ ਕਲੀਨਿਕ ਤੇ ਸੈਂਟਰ ਗਵਰਨਮੈਂਟ ਦੀ ਸਕੀਮ ਵੈਲਨੈਸ ਸੈਂਟਰ, ਇਹਨਾਂ ਦੋਨਾਂ ਦਾ ਕੀ ਮਾਮਲਾ ਸੀਗਾ? ਇਹ ਵੀ ਮੈਂ ਹਲਕਾ ਜਿਹਾ ਦੱਸ ਹੀ ਦਿਓ।
ਦੇਖੋ, ਆਮ ਆਦਮੀ ਪਾਰਟੀ ਨੇ ਪਿਛਲੇ ਦਿਨਾਂ ਦੇ ਵਿੱਚ 500 ਤੋਂ ਵੱਧ ਮੁਹੱਲਾ ਕਲੀਨਿਕ ਖੋਲੇ। ਉਹਦੇ ਉੱਤੇ ਭਗਵੰਤ ਮਾਨ ਉਹਨਾਂ ਦੀ ਫੋਟੋ ਔਰ ਆਮ ਆਦਮੀ ਕਲੀਨਿਕ, ਲੱਗਦਾ ਵੀ ਆਮ ਆਦਮੀ ਪਾਰਟੀ ਦਾ ਹੀ ਕਲੀਨਿਕ ਹੈ, ਇਸ ਦੇ ਉੱਤੇ ਕੇਂਦਰ ਨੇ ਇਤਰਾਜ਼ ਜਤਾਇਆ ਸੀਗਾ। ਜਿਹੜੇ ਕੇਂਦਰ ਦੇ ਮੰਤਰੀ ਹੈਗੇ ਨੇ, ਜਿਹੜੇ ਮਾਂਡਵੀਆ ਸਾਹਿਬ, ਮਨਸੁਖ ਮਾਂਡਵੀਆ, ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਸੂਬੇ ਦੇ ਸਕੱਤਰ ਨੂੰ ਕਿ ਵੀ ਜਿਹੜਾ ਤੁਹਾਨੂੰ 1114 ਕਰੋੜ ਅਸੀਂ ਸੈਂਕਸ਼ਨ ਕੀਤਾ ਹੈ ਆਯੁਸ਼ਮਾਨ ਭਾਰਤ ਦੇ ਹੈਲਥ ਐਂਡ ਵੈਲਨੈਸ ਸੈਂਟਰਸ ਵਾਸਤੇ, ਉਹਨੂੰ ਤੁਸੀਂ ਡਾਈਵਰਟ ਕਰ ਰਹੇ ਹੋ ਆਮ ਆਦਮੀ ਕਲੀਨਿਕ ਦੇ ਵਾਸਤੇ, ਤੇ ਇਹ ਸਾਨੂੰ ਮਨਜ਼ੂਰ ਨਹੀਂ ਹੈ। ਜਿਹੜਾ ਬਾਕੀ ਦਾ ਬਕਾਇਆ 546 ਕਰੋੜ ਹੈ ਉਹ ਤੁਹਾਨੂੰ ਨਹੀਂ ਮਿਲੇਗਾ ਜੇ ਤੁਸੀਂ ਇਸ ਤਰੀਕੇ ਨਾਲ ਆਯੁਸ਼ਮਾਨ ਭਾਰਤ ਦੇ ਵੈਲਨੈਸ ਸੈਂਟਰ ਨੂੰ ਬ੍ਰਾਂਡ ਮੁਹੱਲਾ ਕਲੀਨਿਕ ਯਾਨੀ ਆਮ ਆਦਮੀ ਕਲੀਨਿਕ ਦੇ ਰੂਪ ਵਿੱਚ ਕੀਤਾ। ਔਰ ਪਿਛਲੇ ਦਿਨਾਂ ਦੇ ਵਿੱਚ ਪਟਿਆਲਾ ਦੇ ਵਿੱਚ ਡਾਕਟਰ ਬਲਬੀਰ ਸਿੰਘ ਸੂਬੇ ਦੇ ਹੈਲਥ ਮਿਨਿਸਟਰ ਤੇ ਮਨਸੁਖ ਮਾਂਡਵੀਆ ਕੇਂਦਰ ਦੇ ਹੈਲਥ ਮਿਨਿਸਟਰ ਦਾ ਮਿਲਨ ਹੋ ਗਿਆ। ਕੰਨਾਂ 'ਚ ਕੁਝ ਗੱਲਾਂ ਹੋਈਆਂ ਔਰ ਡਾਕਟਰ ਬਲਬੀਰ ਸਿੰਘ ਨੇ ਦੱਸਤਾ ਕਿ ਅਸੀਂ ਤੁਹਾਡੇ 546 ਕਰੋੜ ਤੇ ਸਾਨੂੰ ਚਾਹੀਦੇ ਹੀ ਚਾਹੀਦੇ ਆ, ਉਹਦੇ ਵਾਸਤੇ ਅਸੀਂ ਰੀਬ੍ਰਾਂਡਿੰਗ ਕਰਨ ਵਾਸਤੇ ਵੀ ਤਿਆਰ ਹਾਂ। ਤੇ ਇਹ ਗੱਲ ਹੁਣ ਅੱਗੇ ਤੁਰ ਗਈ ਤੇ ਰੀਬ੍ਰਾਂਡਿੰਗ ਹੋ ਰਹੀ ਹੈ। ਹੁਣ ਸਾਂਝਾ ਅਭਿਆਨ ਚੱਲੂਗਾ। ਆ ਜਿਹੜੇ ਆਮ ਆਦਮੀ ਪਾਰਟੀ ਕਲੀਨਿਕ ਹੈ ਨਾ, ਪਾਰਟੀ ਛੱਡੋ, ਆਮ ਆਦਮੀ ਕਲੀਨਿਕ, ਉਹਦੇ ਉੱਤੇ ਹੁਣ ਆਯੁਸ਼ਮਾਨ ਭਾਰਤ ਹੈਲਥ ਐਂਡ ਵੈਲਨੈਸ ਸਕੀਮ, ਹੋ ਸਕਦਾ ਸ਼ਾਇਦ ਨਰਿੰਦਰ ਮੋਦੀ ਉਹਨਾਂ ਦੀ ਜਾਂ ਮਨਸੁਖ ਮਾਂਡਵੀਆ ਉਹਨਾਂ ਦੀ ਫੋਟੋ ਵੀ ਲੱਗ ਜਾਏ, ਇੱਕ ਪਾਸੇ ਭਗਵੰਤ ਮਾਨ ਤੇ ਦੂਜੇ ਪਾਸੇ ਮੋਦੀ। ਰੀਬ੍ਰਾਂਡਿੰਗ ਦੇ ਵਾਸਤੇ ਸਰਕਾਰ ਤਿਆਰ ਹੋ ਗਈ ਹੈ ਕਿਉਂਕਿ ਉਹ 546 ਕਰੋੜ ਰੁਪਏ ਚਾਹੀਦੇ ਆ ਔਰ ਅੱਗੇ ਵੀ ਇਸ ਸਕੀਮ ਨੂੰ ਕੰਟੀਨਿਊ ਰੱਖਣਾ ਚਾਹੁੰਦੀ ਹੈ ਸੂਬੇ ਦੀ ਸਰਕਾਰ ਤੇ ਸੈਕਰੀਫਾਈਸ ਵੀ ਕਰਨ ਨੂੰ ਤਿਆਰ ਹੈ। ਇੱਕ ਫੋਟੋ ਹੋਰ ਲਾ ਲਾਂਗੇ, ਕੀ ਫਰਕ ਪੈਂਦਾ? ਭੁੱਲ ਜਾਓ ਸਰ, ਤੁਸੀਂ ਨਰਿੰਦਰ ਮੋਦੀ ਦੇ ਹੁੰਦਿਆਂ ਕਿਸੇ ਮਨਸੁਖ ਮਾਂਡਵੀਆ ਦੀ ਫੋਟੋ ਤਸੱਵਰ ਕਰ ਸਕਦੇ ਹੋ? ਜੇ ਮੋਦੀ ਸਾਹਿਬ ਵੀ ਕਹਿ ਦੇਣ ਨਾ ਕਿ ਇਹਨਾਂ ਦੀ ਲਾ ਦਿਓ, ਅਗਲੇ ਨੇ ਕਹਿਣਾ ਨਾ ਹਜੂਰ ਮਾਈ ਬਾਪ ਮੈਂ ਨਹੀਂ ਲਾਉਣੀ। ਤੁਹਾਡਾ ਕੀ ਪਤਾ ਅੱਜ ਮੂਡ ਚੰਗਾ, ਕੱਲ ਨੂੰ ਤੁਹਾਡਾ ਮੂਡ ਖਰਾਬ ਹੋ ਜਾਏ ਮੇਰੀ ਫੋਟੋ ਵੇਖ ਕੇ, ਮੇਰਾ ਉਹਦਾ ਬਣਿਆ ਰਹਿਣ ਦਿਓ। ਇੱਧਰ ਭਗਵੰਤ ਮਾਨ ਸਾਹਿਬ ਦਾ ਵੀ ਇਸੇ ਤਰ੍ਹਾਂ ਵੀ ਡਾਕਟਰ ਬਲਬੀਰ ਘੱਟ ਹੀ ਆਸ ਕਰਨ, ਕੰਮ ਕਰਨ। ਫੋਟੋ ਤਾਂ ਮਾਨ ਸਾਹਿਬ ਦੀ ਲੱਗੂਗੀ ਕਿਉਂਕਿ ਅਜੇ ਸ਼ਾਇਦ ਡਾਕਟਰ ਬਲਬੀਰ ਸਿੰਘ ਨੇ ਫੋਟੋ ਸ਼ੂਟ ਕਰਵਾਇਆ ਵੀ ਨਹੀਂ, ਮਾਨ ਸਾਹਿਬ ਨੇ ਕਰਵਾਇਆ। ਪੋਜ ਬੜੇ ਘੱਟ ਆ। ਆਮ ਆਦਮੀ ਇਹ ਵੈਸੇ ਭਗਵੰਤ ਮਾਨ ਜੀ ਲਈ ਬੜੀ ਅਹਿਮ ਗੱਲ ਆ ਕਿ ਫੋਟੋ ਲੱਭਦੀ ਨਹੀਂ ਮੀਡੀਆ ਵਾਲਿਆਂ ਨੂੰ, ਉਹਨਾਂ ਦੀ ਉਹ ਚਾਰਕ ਲੱਭੀ ਜਾਂਦੀਆਂ। 5-7 ਦਿਨ ਕੱਢੋ, ਪਹਾੜ ਵੱਲ ਜਾਓ, ਫੋਟੋਆਂ ਖਿਚਾ ਕੇ ਆਓ। ਵੈਸੇ ਅਮਰਿੰਦਰ ਸਿੰਘ ਹੋਣੀ ਪਹਾੜੋਂ ਉਤਰਦੇ ਨਹੀਂ ਹੁੰਦੇ, ਪਹਾੜ ਨੂੰ ਚੜ੍ਹਨਾ ਸਿਖਾ ਦਈਏ ਇਹਨਾਂ ਨੂੰ, ਇਹ ਨਾ ਵੇਹ ਵੀ ਨਾ ਉਤਰਨ। ਚਲੋ ਛੱਡੋ। ਵੈਸੇ ਇੰਦਰਪ੍ਰੀਤ ਜੀ, ਜੇ ਤੁਸੀਂ ਇਸ ਖਬਰ ਨੂੰ ਟੱਚ ਕਰ ਸਕਦੇ ਹੋ, ਸਸੋਦੀਆ ਸਾਹਿਬ ਨੂੰ ਜੇਲ੍ਹ ਭੇਜ ਕੇ ਮਗਰੇ ਚਲੇ ਗਏ, ਕਰਦੇ ਵੈਸੇ ਸੀਨਾ ਜੋਰੀ ਆ। ਸੱਤਾ ਦੀ ਇੰਨੀ ਦਰਵਰਤੋਂ ਥੋੜੀ ਹੋਣੀ ਚਾਹੀਦੀ ਹੈ। ਇੱਕ ਅੱਧਾ ਦਿਨ ਬੰਦੇ ਨੂੰ ਅਰੈਸਟ ਕਰਨ ਦਿੰਦੇ, ਪਿੱਛੇ ਜਾ ਵੜੇ। ਹੁਣ ਹੈਦਰਾਬਾਦ ਦੇ ਕਿਸੇ ਬਿਜ਼ਨਸਮੈਨ ਨੂੰ ਅਰੈਸਟ ਕਰਨ ਦੀ ਗੱਲ ਵੀ ਹੋ ਰਹੀ ਹੈ। ਤੁਹਾਨੂੰ ਲੱਗਦਾ ਹੈ ਕਿ ਸਿਆਸੀ ਸਕੋਰ ਦੇ ਨਾਲ ਇਹ ਕੱਟੜ ਇਮਾਨਦਾਰੀ ਨੂੰ ਦਾਗਦਾਰ ਕਰਨ ਤੋਂ ਇੰਚ ਪਿੱਛੇ ਨਹੀਂ ਹਟ ਰਹੇ। ਇਹ ਹੁਣ ਈਡੀ ਅਰੈਸਟ ਵੀ ਪਾ ਸਕਦੀ ਹੈ ਸਸੋਦੀਆ ਦੀ, ਕਿਉਂਕਿ ਦਿੱਲੀ 'ਚ ਇਹ ਆਮ ਹੀ ਤਰੀਕੇ ਆ ਜੀ। ਕੀ ਕਹਿੰਦੇ ਹੋ? ਬਿਲਕੁਲ ਤੁਸੀਂ ਠੀਕ ਕਿਹਾ ਰੰਧਾਵਾ ਸਾਹਿਬ। ਮੈਨੂੰ ਲੱਗ ਰਿਹਾ ਹੈ ਕਿ ਜਿਹੜੀ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜਿਉਂ ਉਹਨਾਂ ਨੂੰ ਦੂਸਰੇ ਜਿਹੜੇ ਆਪਣੇ ਹੈਗੇ ਨੇ ਪਕੜੇ ਹੋਏ ਬੰਦੇ, ਉਹਨਾਂ ਤੋਂ ਜੋ ਮਿਲ ਰਿਹਾ ਹੈ, ਉਸ ਤੋਂ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਉਹਨਾਂ ਨੂੰ ਕੱਲਾ ਪਰੇਸ਼ਾਨ ਹੀ ਨਹੀਂ ਕਰਨਾ, ਉਹਨਾਂ ਨੂੰ ਬਦਨਾਮ ਵੀ ਕਰਨਾ ਹੈ। ਇਹ ਕਹਿਣਾ ਹੈ ਨਾ, ਕਿਉਂਕਿ ਆਮ ਆਦਮੀ ਪਾਰਟੀ ਵੀ ਹਮੇਸ਼ਾ ਆਪਣੇ ਆਪ ਨੂੰ ਬ੍ਰਾਂਡਿੰਗ ਇਸ ਤਰ੍ਹਾਂ ਹੀ ਕਰਦੀ ਹੈ ਕਿ ਉਹ ਇੱਕ ਕੱਟੜ ਇਮਾਨਦਾਰ ਸਰਕਾਰ ਹੈ। ਸਾਰੇ ਕਿਤੇ ਜਾ ਵੀ ਇਹੀ ਰਿਹਾ ਉਹਨਾਂ ਦਾ ਕਿ ਉਹ ਇਮਾਨਦਾਰੀ ਨਾਲ ਕੰਮ ਕਰਦੇ ਆ, ਕੰਮ ਬਹੁਤ ਕਰ ਰਿਹਾ ਹੈ। ਹੁਣ ਦੇਖੋ, ਇਹ ਇਸ਼ੂ ਚੱਲ ਰਿਹਾ ਹੈ ਐਕਸਾਈਜ਼ ਦਾ, ਔਰ ਜਿਹੜੀ ਪਾਰਟੀ ਹੈ ਉਹ ਇਹਨਾਂ ਨੂੰ ਜੋੜ ਰਹੀ ਹੈ ਐਜੂਕੇਸ਼ਨ ਨਾਲ, ਕਿ ਇਹ ਐਜੂਕੇਸ਼ਨ ਦੇ ਉੱਤੇ ਬਹੁਤ ਕੰਮ ਕਰ ਰਹੇ ਸੀ, ਇਸ ਕਰਕੇ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਸਾਨੂੰ ਬਦਨਾਮ ਕੀਤਾ ਜਾ ਰਿਹਾ। ਇਹ ਮਤਲਬ ਬਿਲਕੁਲ ਕੋਈ ਮੈਚ ਨਹੀਂ ਹੈ। ਲੇਕਿਨ ਆਮ ਆਦਮੀ ਪਾਰਟੀ ਵੀ ਆਪਣੀ ਉਸ ਬ੍ਰਾਂਡ ਨੂੰ ਬਚਾਉਣ ਵਾਸਤੇ ਪੂਰਾ ਜ਼ੋਰ ਲਗਾ ਰਹੀ ਹੈ। ਇਹ ਵੀ ਮੈਨੂੰ ਲੱਗਦਾ ਉਸੇ ਦਾ ਹੀ ਪਾਰਟ ਹੈ ਕਿ ਜੇ ਉਹ ਬਚਾਉਣ ਵਾਸਤੇ ਲਗਾ ਰਿਹਾ ਤੇ ਇਹ ਉਸ ਨੂੰ ਖਰਾਬ ਕਰਨ ਵਾਸਤੇ ਵੀ ਲਗਾ ਰਿਹਾ, ਤੇ ਇਸੇ ਕਰਕੇ ਹੀ ਉਹਨਾਂ ਦੇ ਪਿੱਛੇ ਜੇਲ੍ਹ 'ਚ ਵੀ ਚਲੇ ਗਏ ਹੈ ਤੇ ਉੱਥੇ ਵੀ ਪੁੱਛਤਾਛ ਹੋਏਗੀ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸ਼ਾਇਦ ਕਿ ਇੱਕ ਹੈਦਰਾਬਾਦ ਦੇ ਜਿਹੜੇ ਵਪਾਰੀ ਹੈ ਉਹਨਾਂ ਦਾ ਵੀ ਕਨੈਕਸ਼ਨ ਹੈਗਾ, ਤੇ ਇਹਨਾਂ ਤੋਂ ਪਤਾ ਕਰਕੇ ਥੋੜੀ ਬਹੁਤ ਸੂਹ ਲੈ ਕੇ ਫਿਰ ਸ਼ਾਇਦ ਉਹਦੀ ਵੀ ਪੈੜ ਨੱਪੀ ਜਾਏ। ਲੱਗ ਨਹੀਂ ਰਿਹਾ, ਅਗਲੇ ਕਾਬੂ ਕਰ ਲੈਂਦੇ ਆ। ਕੱਲ ਬਾਜਵਾ ਸਾਹਿਬ ਗਏ ਸੀ ਗਵਰਨਰ ਕੋਲ ਵੀ ਦੇਖੋ ਦਿੱਲੀ ਦੂਰ ਆ, ਸਾਨੂੰ ਉੱਥੇ ਬੜੀ ਨੀਝ ਲਾ ਕੇ ਮੋਟੇ ਸ਼ੀਸ਼ਿਆਂ ਨਾਲ ਵੇਖਣਾ ਪੈਂਦਾ ਹੈ, ਤੇ ਜਿਹੜੀ ਐਕਸਾਈਜ਼ ਪਾਲਿਸੀ ਉੱਥੇ ਵਾਲੀ ਉਹ ਇੱਥੇ ਵੀ ਆ, ਕਿਰਪਾ ਕਰੋ ਇੱਕ ਮੇਲਾ ਜਾਂ ਇੱਥੇ ਵੀ ਲਾਓ। ਇਹ ਵੀ ਐਕਸਾਈਜ਼ ਪਾਲਿਸੀ ਦੇ ਉੱਤੇ ਜਿਹੜਾ ਉਹ ਤੁਸੀਂ
ਚੈੱਕ ਜਾਂ ਇਹਦੇ ਤੇ ਜਾਂਚ ਆਰਡਰ ਕਰੋ। ਹੁਣ ਗਵਰਨਰ ਜਾਂਚ ਆਰਡਰ ਕਰ ਸਕਦੇ ਕਿ ਨਹੀਂ ਕਰ ਸਕਦੇ, ਬਾਜਵਾ ਸਾਹਿਬ ਦੀ ਹਸਰਤ ਪੂਰੀ ਹੁੰਦੀ ਹੈ ਕਿ ਨਹੀਂ, ਪਰ ਉਂਝ ਇਹ ਹੈ ਕਿ ਜੇ ਸੱਚਮੁੱਚ ਇਹਦਾ ਵਿਸਥਾਰ ਹੋ ਗਿਆ ਜਾਂਚ ਦਾ, ਤੇ ਆਉਂਦੇ ਦਿਨਾਂ 'ਚ ਪੰਜਾਬ ਦੀ ਰਾਜਧਾਨੀ 'ਚ ਜਿੰਨੇ ਅਫਸਰ ਨੇ, ਕਿਉਂਕਿ ਇਹ ਜਦੋਂ ਖੁੱਲ ਜਾਂਦੇ ਨਾ, ਖਿੱਦੂ ਖੁੱਲ ਜਾਂਦਾ, ਖਿੱਦੋ ਸ਼ਹਿਰੀਆਂ ਨੂੰ ਤਾਂ ਸ਼ਾਇਦ ਨਾ ਹੁਣ ਯਾਦ ਹੋਵੇ, ਸਾਡੇ ਪਿੰਡ ਲੀਰਾਂ ਦਾ ਹੀ ਬਣਿਆ ਹੁੰਦਾ ਸੀ। ਸੋ ਲੀਰਾਂ ਭਾਸਕਰ ਸਾਹਿਬ ਬੜੀਆਂ ਖਿਲਰਨੀਆਂ ਨੇ, ਤੇ ਇਹਦੇ ਉੱਤੇ ਤੁਸੀਂ ਟਿੱਪਣੀ ਤਾਂ ਦੇਣੋਂ ਰਹਿਣਾ ਨਹੀਂ, ਪਰ ਨਾਲ ਦੀ ਨਾਲ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਬ੍ਰੀਚ ਵਾਲੇ ਮਾਮਲੇ 'ਚ ਵੀ ਤੁਸੀਂ ਰਿਪੋਰਟ ਚੱਜ ਨਾਲ ਪੜ੍ਹੀ ਆ, ਤੇ ਉਹ ਫਿਰ ਚੱਜ ਨਾਲ ਦੱਸ ਵੀ ਦਿਓ। ਜਿੱਥੇ ਤੱਕ ਮਨੀਸ਼ ਸਿਸੋਦੀਆ ਉਹਨਾਂ ਦਾ ਮਾਮਲਾ ਹੈ, ਸੀਬੀਆਈ ਨੇ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਅਰੈਸਟ ਕੀਤਾ ਸੀਗਾ। ਅਰੈਸਟ ਕਰਨ ਤੋਂ ਬਾਅਦ ਪੁੱਛਗਿੱਛ ਹੋਈ, ਪੁੱਛਗਿੱਛ ਦੇ ਦੌਰਾਨ ਮਨੀਸ਼ ਸਿਸੋਦੀਆ ਉਹਨਾਂ ਦੇ ਵਕੀਲ ਨੇ ਕੰਪਲੇਂਟ ਕੀਤੀ ਕਿ ਮੈਨੂੰ ਲਗਾਤਾਰ 8-9 ਘੰਟੇ ਇੱਕੋ ਹੀ ਸਵਾਲ ਪੁੱਛੀ ਜਾਂਦੇ ਨੇ ਕਿ ਵੀ ਉਹ ਜਿਹੜਾ ਕਮਿਸ਼ਨ ਵਧਾਉਣ ਦਾ ਫੈਸਲਾ ਤੁਸੀਂ ਲਿੱਤਾ ਸੀ, ਸਾਈਨ ਕਰੋ। ਸਾਈਨ ਨਹੀਂ ਕੀਤੇ, ਵਿਜੀਲੈਂਸ ਦੇ ਜਾਲ ਤੇ ਤੋਂ ਨਿਕਲ ਗਏ, ਜੁਡੀਸ਼ੀਅਲ ਰਿਮਾਂਡ ਤੇ ਹਜੇ ਗਏ ਸੀਗੇ, ਹਜੇ ਤਿਹਾੜ ਜੇਲ੍ਹ ਦੇ ਵਿੱਚ ਜਾ ਕੇ ਜੇਲ੍ਹ ਨੰਬਰ 1 ਤੇ ਜੁੱਤੀਆਂ ਲਾਈ ਸੀਗੀ, ਈਡੀ ਵਾਲੇ ਆ ਗਏ। ਈਡੀ ਵਾਲਿਆਂ ਨੇ ਵੀ ਕੱਲ 5-6 ਘੰਟੇ ਲਗਾਤਾਰ ਪੁੱਛਗਿੱਛ ਕੀਤੀ, ਔਰ ਉਹਨਾਂ ਨੇ ਇੱਕ ਬੰਦਾ ਵੀ ਫੜਿਆ, ਅਰੁਣ ਪਿੱਲਈ, ਉਹ ਜਿਹੜਾ ਸਾਊਥ ਲੋਬੀ ਵਾਲਾ ਬੰਦਾ, ਉਹਦੇ ਦੀ ਪੁੱਛਗਿੱਛ ਦੇ ਵਿੱਚ ਇਹ ਗੱਲ ਕਲੇਮ ਕੀਤੀ ਜਾ ਰਹੀ ਹੈ ਈਡੀ ਦੀ ਕਿ ਆ ਵੀ ਅਰੁਣ ਪਿੱਲੇ ਇੱਕ ਉਦਾਂ ਦਾ ਵਿਅਕਤੀ ਹੈਗਾ ਜਿਹਨੇ ਉਹ 100 ਕਰੋੜ ਰੁਪਏ ਸਾਊਥ ਲੋਬੀ ਦੇ ਥਰੂ ਚੈਨਲਾਈਜ਼ ਕੀਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਤੇ ਅਫਸਰਾਂ ਨੂੰ ਦੇਣ ਵਾਸਤੇ। ਹੁਣ ਇਲਜ਼ਾਮ ਵੱਡਾ ਹੈ। ਇਸ ਮੁੱਦੇ ਦੇ ਉੱਤੇ ਕਈ ਲੋਕਾਂ ਨਾਲ ਪੁੱਛਗਿੱਛ ਹੋ ਚੁੱਕੀ ਹੈ, ਔਰ 10 ਤਰੀਕ ਨੂੰ ਜਦ ਬੇਲ ਐਪਲੀਕੇਸ਼ਨ ਵਾਸਤੇ ਸੁਣਵਾਈ ਹੋਏਗੀ ਰਾਊਜ਼ ਐਵੇਨਿਊ ਕੋਰਟ ਦੇ ਵਿੱਚ ਮਨੀਸ਼ ਸਿਸੋਦੀਆ ਉਹਨਾਂ ਦੀ ਬੇਲ ਐਪਲੀਕੇਸ਼ਨ ਦੇ ਉੱਤੇ, ਉਸ ਦਿਨ ਈਡੀ ਵੀ ਐਂਟਰੀ ਮਾਰ ਸਕਦੀ ਹੈ, ਕਿਉਂਕਿ ਜੇ ਕਿਤੇ ਬੇਲ ਮਿਲ ਗਈ ਤੇ ਰਸਤੇ 'ਚ ਹੀ ਈਡੀ ਨੇ ਚੱਕ ਲੈਣਾ। ਇਸ ਤਰ੍ਹਾਂ ਦੀ ਕੰਸੋ ਹੈਗੀ ਹੈ, ਕਿਉਂਕਿ ਈਡੀ ਦਾ ਚੱਕਿਆ ਹੋਇਆ ਬੰਦਾ ਉਹ ਛੇਤੀ ਕਿਤੇ ਛੁੱਟਦਾ ਨਹੀਂ। ਸਤਿੰਦਰ ਜੈਨ ਉਹਨਾਂ ਦਾ ਹਾਲ ਹੀ ਦੇਖ ਲਓ, ਕਈ ਵਾਰ ਕੋਰਟ ਦੇ ਵਿੱਚ ਸਤਿੰਦਰ ਜੈਨ ਉਹਨਾਂ ਦੇ ਹੱਕ 'ਚ ਟਿੱਪਣੀਆਂ ਹੋਣ ਦੇ ਬਾਵਜੂਦ ਵੀ ਸਤਿੰਦਰ ਜੈਨ ਤਕਰੀਬਨ 1 ਸਾਲ ਹੋ ਗਿਆ ਹਜੇ ਤੱਕ ਜੇਲ੍ਹ ਨੇ। ਹੁਣ ਤੇ ਉਹ ਮੰਤਰੀ ਵੀ ਨਹੀਂ ਰਹੇ, ਪਿਛਲੇ ਦਿਨਾਂ ਦੇ ਵਿੱਚ ਦੋਨਾਂ ਦੇ ਰਿਜ਼ਾਈਨ ਲੈ ਲਏ ਜਾਂ ਦੇ ਦਿੱਤੇ, ਹੁਣ ਨਵੇਂ 2 ਮੰਤਰੀ ਵੀ ਬਣਾ ਲਏ ਗਏ। ਹੁਣ ਅੱਗੇ ਚੱਲ ਕੇ ਈਡੀ ਦਾ ਰੋਲ ਕਿੰਨਾ ਕੁ ਵੱਡਾ ਹੈ ਉਹ ਤੁਸੀਂ ਇਹਨਾਂ ਗੱਲਾਂ ਤੋਂ ਹੀ ਤੈਅ ਕਰ ਸਕਦੇ ਹੋ ਕਿ ਵੀ ਜਿਹੜੇ ਉਹ ਸਾਊਥ ਲੋਬੀ ਵਾਲੇ ਬੰਦੇ ਨੇ, ਅਭਿਸ਼ੇਕ ਬੋਇਨਪੱਲੀ ਹੋਏ ਤੇ ਬੁੱਚੀ ਬਾਬੂ ਗਰਨਤਾਲਾ ਹੋਏ ਤੇ ਹੁਣ ਅਰੁਣ ਪਿੱਲੇ, ਤੇ ਉਸ ਤੋਂ ਬਾਅਦ ਸਮੀਰ ਮਹਿੰਦਰੂ, ਦਿਨੇਸ਼ ਅਰੋੜਾ ਜਿਹੜਾ ਸਰਕਾਰੀ ਗਵਾਹ ਬਣ ਚੁੱਕਿਆ ਹੈ, ਔਰ ਉਹਨਾਂ ਸਾਰਿਆਂ ਦੇ ਬਾਵਜੂਦ ਵੀ ਮਨੀਸ਼ ਸਿਸੋਦੀਆ ਉਹਨਾਂ ਦੀ ਮੁਸ਼ਕਿਲਾਂ ਹਜੇ ਖਤਮ ਹੁੰਦੀ ਹੋਈ ਨਹੀਂ ਨਜ਼ਰ ਆਉਂਦੀ। ਸੀਬੀਆਈ ਤੇ ਨਿਕਲੇ ਤੇ ਈਡੀ ਤੇ ਫਸੇ, ਏਦਾਂ ਦੇ ਹਾਲਾਤ ਲੱਗ ਰਹੇ। ਭਾਸਕਰ ਸਾਹਿਬ ਸੋਚਦੇ ਹੋਣੇ ਇਕੱਲਿਆਂ ਬਹਿ ਕੇ ਚੰਗੀ ਸੀ, ਪੱਤਰਕਾਰਤਾ ਕਰਦੇ ਸੀ, ਐਨਜੀਓ ਚਲਾਉਂਦੇ ਸੀ। ਇਹ ਵੇਖ ਲਓ ਨਾ ਰੰਗ ਸਰੂਪ ਕਿਦਾਂ, ਮਤਲਬ ਸ਼ੋਹਰਤ ਦੀ ਬੁਲੰਦੀ, ਫਿਰ ਤਾਕਤ ਦੀ ਬੁਲੰਦੀ, ਦਿੱਲੀ ਦੇ ਵਿੱਚ ਡਿਪਟੀ ਸੀਐਮ ਨਹੀਂ ਸੀਐਮ ਵਰਗਾ ਰੁਤਬਾ, ਸਭ ਕੁਝ, ਤੇ ਫਿਰ ਜੇਲ੍ਹ। ਇਹ ਮੁਕੱਦਰ ਦੀਆਂ ਗੇਮਾਂ ਹੁੰਦੀਆਂ ਨੇ। ਸੋਚਦੇ ਹੋਣੇ ਕਿ ਜਾਂ ਸੱਚਮੁੱਚ ਪਲੈਨਡ ਹੁੰਦਾ, ਉਹ ਦਿਨ ਚੰਗੇ ਸੀ, ਆਹ ਦਿਨ ਚੰਗੇ ਸੀ, ਕਿ ਮੈਂ ਕਦੇ ਡਿਪਟੀ ਪ੍ਰਧਾਨ ਮੰਤਰੀ ਵੀ ਬਣ ਜਾਊਂਗਾ, ਇਹ ਵੀ ਕਿਤੇ ਖਿਆਲ ਆਉਂਦਾ ਹੋ ਸਕਦਾ। ਪਰ ਤੁਸੀਂ ਇਹ ਸੁਪਨਾ ਨਹੀਂ ਪਾਲਣਾ ਵੀ ਜਰਨਲਿਜ਼ਮ ਤੋਂ ਤੁਹਾਨੂੰ ਵੀ ਕੋਈ ਕਹਿ ਸਕਦਾ ਭਾਸਕਰ ਸਾਹਿਬ ਤੁਸੀਂ ਬਹੁਤ ਚਟਪਟੀਆਂ ਖਬਰਾਂ ਤੇ ਗੱਲਾਂ ਸੁਣਾਉਂਦੇ ਹੋ, ਆ ਸਾਡੀ ਇੱਕ ਇਲੈਕਸ਼ਨ ਹੀ ਲੜ ਦਿਓ ਤੇ ਤੁਸੀਂ ਨਹੀਂ ਇਹ ਪੰਗਾ ਲੈਣਾ, ਠੀਕ ਹੈ। ਹੁਣ ਉਹ ਮੈਨੂੰ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬ੍ਰੀਚ ਤੇਜ਼ੀ ਨਾਲ ਸਮਝਾ ਦਿਓ ਜਰਾ ਮਾਮਲਾ। ਦੇਖੋ, ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਬ੍ਰੀਚ ਦੇ ਮਾਮਲੇ ਦੇ ਵਿੱਚ ਲਗਾਤਾਰ 2-3 ਦਿਨ ਤੋਂ ਖਬਰਾਂ ਛਪ ਰਹੀਆਂ। ਪਿਛਲੇ ਦਿਨਾਂ ਦੇ ਵਿੱਚ ਜਸਟਿਸ ਇੰਦੂ ਮਲਹੋਤਰਾ, ਜਿਨ੍ਹਾਂ ਦੀ ਰਿਪੋਰਟ ਸੁਪਰੀਮ ਕੋਰਟ ਦੇ ਵਿੱਚ 25 ਅਗਸਤ 2022 ਨੂੰ ਪੇਸ਼ ਹੋਈ ਸੀ, ਸਬਮਿਟ ਹੋਈ ਸੀ, ਔਰ ਇਹ ਇਨਸੀਡੈਂਟ ਜਿਹਦੀ ਉਹ ਇਨਕੁਆਇਰੀ ਕਰ ਰਹੀ ਸੀ ਉਹ 5 ਜਨਵਰੀ 2022 ਨੂੰ ਹੋਇਆ ਸੀਗਾ, ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਨੂੰ ਫਿਰੋਜ਼ਪੁਰ ਰੈਲੀ ਜਾਂਦੇ ਹੋਏ ਇੱਕ ਪੁਲ ਦੇ ਵਿੱਚ 20 ਮਿੰਟ ਤੱਕ ਰੁਕਣਾ ਪਿਆ, ਕਾਫੀ ਹੋ ਹੱਲਾ ਹੋਇਆ, ਔਰ ਸਾਡੇ ਉਸ ਵਕਤ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਇਹ ਵੀ ਕਹਿੰਦੇ ਸੁਣੇ ਗਏ ਕਿ ਮੇਰਾ ਕਿਆ ਕਸੂਰ, ਔਰ ਪ੍ਰਧਾਨ ਮੰਤਰੀ ਜਾਂਦੇ ਜਾਂਦੇ ਕਹਿ ਗਏ ਸੀਗੇ ਕਿ ਆਪਣੇ ਮੁੱਖ ਮੰਤਰੀ ਨੂੰ ਕਹਿ ਦੇਣਾ ਮੈਂ ਜਿੰਦਾ ਵਾਪਸ ਜਾ ਰਿਹਾ। ਇਹ ਇੱਕ ਫਿਲਮ ਦੀ ਸ਼ੂਟ ਟਾਈਪ ਦੀ ਡਾਇਲੌਗਬਾਜ਼ੀ ਤੇ ਲੱਗਦੀ ਸੀਗੀ, ਪਰ ਉਹ ਡਾਇਲੌਗਬਾਜ਼ੀ ਜਦ ਜਸਟਿਸ ਇੰਦੂ ਮਲਹੋਤਰਾ ਦੀ ਰਿਪੋਰਟ ਦੇ ਵਿੱਚ ਹੋਈ ਤੇ ਕਈ ਅਫਸਰਾਂ ਨੂੰ ਪੰਜਾਬ ਦੇ ਉਹ ਦੋਸ਼ੀ ਠਹਿਰਾਇਆ ਗਿਆ। ਦੋਸ਼ੀ ਠਹਿਰਾਏ ਜਾਣ ਵਾਲੇ ਅਫਸਰਾਂ ਦੇ ਵਿੱਚ ਸਭ ਤੋਂ ਵੱਡੇ ਅਫਸਰ ਉਸ ਤਖਤ ਦੇ ਚੀਫ ਸੈਕਟਰੀ ਅਨਿਲ ਤਿਵਾਰੀ ਤੇ ਡੀਜੀਪੀ ਉਸ ਵਕਤ ਦੇ ਸਿਧਾਰਥ ਚੱਟੋਪਾਧਿਆ ਸੀਗੇ। ਇਹਨਾਂ ਦੋਨਾਂ ਨੂੰ ਪੀਐਮ ਦੀ ਕਨਵਾਈ ਦੇ ਨਾਲ ਹੋਣਾ ਚਾਹੀਦਾ ਸੀ, ਪਰ ਨਹੀਂ ਸੀਗੇ। ਹੁਣ ਜਿਹੜੇ ਡੀਜੀਪੀ ਉਸ ਵਕਤ ਦੇ ਸੀਗੇ ਸਿਧਾਰਥ ਚੱਟੋਪਾਧਿਆ, ਉਹਨਾਂ ਦੇ ਨਾਲ ਜਸਟਿਸ ਇੰਦੂ ਮਲਹੋਤਰਾ ਕਮੇਟੀ ਨੇ ਪੁੱਛਗਿੱਛ ਕੀਤੀ,
ਉਸ ਪੁੱਛਗਿੱਛ ਦੇ ਵਿੱਚ ਜੋ ਕੁਝ ਕਥਿਤ ਤੌਰ ਤੇ ਸਿਧਾਰਥ ਚਟੋਪਾਧਿਆਏ ਉਹਨਾਂ ਨੇ ਕਿਹਾ, ਉਹ ਕਹਿੰਦੇ ਨੇ ਕਿ ਵੀ ਸਾਨੂੰ ਪਤਾ ਸੀਗਾ ਕਿ ਪ੍ਰਾਈਮ ਮਿਨਿਸਟਰ ਦੀ ਰੈਲੀ ਵਾਲੀ ਜਗ੍ਹਾ ਦੀ ਰੈਕੀ ਕੀਤੀ ਜਾ ਰਹੀ ਹੈ ਅਰਸ਼ ਡੱਲਾ ਨਾਮ ਦੇ ਇੱਕ ਇੰਡੀਵਿਜੂਅਲ ਡਿਕਲੇਅਰਡ ਟੈਰਰਿਸਟ ਤੋਂ, ਔਰ ਉਸ ਤੋਂ ਬਾਵਜੂਦ ਵੀ ਸਿਕਿਉਰਿਟੀ ਦੇ ਵਿੱਚ ਇੰਨਾ ਲੈਪਸ, ਮੈਨੂੰ ਇਹ ਲੱਗਦਾ ਹੈ ਕਿ ਇਹ ਦੋਨੋਂ ਇੱਕ ਚੀਜ਼ਾਂ ਦੋਨੋਂ ਦੇ ਨਾਲ ਕਨੈਕਟ ਨਹੀਂ ਹੁੰਦੀ। ਔਰ ਇਹ ਵੀ ਕਹਿੰਦੇ ਨੇ ਕਿ ਜਿਹੜੇ ਪ੍ਰੋਟੈਸਟਰਸ ਨੇ, ਜਿਹੜੇ ਕਿਸਾਨਾਂ ਨੇ ਪ੍ਰਾਈਮ ਮਿਨਿਸਟਰ ਦਾ ਰੂਟ ਰੋਕਿਆ ਸੀਗਾ, ਉਹਦੇ ਉੱਤੇ ਅਸੀਂ ਬਲ ਪ੍ਰਯੋਗ ਕਰਨਾ ਚਾਹੁੰਦੇ ਸੀ, ਪਰ ਉਸ ਵਕਤ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਸਖਤ ਹਿਦਾਇਤਾਂ ਦਿੱਤੀ ਕਿ ਕਿਸੇ ਵੀ ਤਰੀਕੇ ਨਾਲ ਫੋਰਸ ਯੂਜ਼ ਨਹੀਂ ਕਰਨੀ, ਲਾਠੀ ਚਾਰਜ ਯੂਜ਼ ਨਹੀਂ ਕਰਨਾ, ਇਹਦੇ ਰਾਹੀਂ ਉੱਥੇ ਸਿਚੁਏਸ਼ਨ ਖਰਾਬ ਹੋ ਸਕਦੀ ਹੈ। ਇਹ ਵੀ ਇੱਕ ਵੱਡੀ ਵਜ੍ਹਾ ਸੀਗੀ ਕਿ ਪ੍ਰਾਈਮ ਮਿਨਿਸਟਰ ਨੂੰ ਉੱਥੇ ਰੁਕਣਾ ਪਿਆ। ਔਰ ਨਾਲ ਦੇ ਨਾਲ ਉਸ ਟਾਈਮ ਦੇ ਜਿਹੜੇ ਏਡੀਜੀਪੀ ਸੀਗੇ ਜੀ ਨਾਗੇਸ਼ਵਰ ਰਾਓ, ਉਹ ਸਿਧਾਰਥ ਚਟੋਪਾਧਿਆਏ ਉਹਨਾਂ ਮੰਨਦੇ ਨੇ ਕਿ ਮੈਨੂੰ ਉਹਨਾਂ ਨੇ ਰਿਪੋਰਟ ਦਿੱਤੀ ਕਿ ਜੀ ਉੱਥੇ ਪ੍ਰਾਈਮ ਮਿਨਿਸਟਰ ਦਾ ਰੋਡ ਬਲੌਕ ਕੀਤੀ ਹੋਈ ਹੈ, ਕਰਨਾ ਕੀ ਹੈ। ਉਹ ਕਹਿੰਦੇ ਮੈਂ ਮੁੱਖ ਮੰਤਰੀ ਨੂੰ ਪੁੱਛ ਕੇ ਦੱਸਣਾ, ਔਰ ਮੁੱਖ ਮੰਤਰੀ ਨੇ ਜਿਹੜੀ ਗੱਲ ਅਸੀਂ ਹੁਣੇ ਕਰਕੇ ਹਟੇ ਆ ਕਿ ਨਹੀਂ ਫੋਰਸ ਯੂਜ਼ ਨਹੀਂ ਕਰਨੀ। ਇਹਨਾਂ ਸਾਰੀ ਗੱਲਾਂ ਨੂੰ ਅਗਰ ਮਿਲਾ ਕੇ ਦੇਖੋ ਤੇ ਉਸ ਜਸਟਿਸ ਇੰਦੂ ਮਲਹੋਤਰਾ ਦੀ ਰਿਪੋਰਟ ਨੇ ਇਹ ਵੀ ਗੱਲ ਕਹੀ ਸੀ ਕਿ ਉਸ ਵਕਤ ਦੇ ਫਿਰੋਜ਼ਪੁਰ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਉਹ ਵੀ ਰਿਸਪੌਂਸਿਬਲ ਹੈਗੇ ਨੇ, ਕਿਉਂਕਿ ਰੂਟ ਕਲੀਅਰੈਂਸ ਦੀ ਜ਼ਿੰਮੇਵਾਰੀ ਉਹਨਾਂ ਦੀ ਵੀ ਬਣਦੀ ਸੀ। ਅੱਜ ਉਹੀ ਹਰਮਨਦੀਪ ਸਿੰਘ ਹੰਸ ਅੰਮ੍ਰਿਤਸਰ ਦੇ ਵਿੱਚ ਡੀਸੀਪੀ ਹੈੱਡਕੁਆਟਰ ਲੱਗੇ ਨੇ, ਔਰ ਆਉਣ ਵਾਲੀ G20 ਦੀ ਸਮਿਟ ਜਾਂ ਫਿਰ ਕੱਲ ਰਾਸ਼ਟਰਪਤੀ ਦੀ ਜਿਹੜੀ ਕੱਲ ਅੰਮ੍ਰਿਤਸਰ ਦੀ ਵਿਜ਼ਿਟ ਹੈ, ਦੋਨਾਂ ਦੇ ਵਿੱਚ ਸਿਕਿਉਰਿਟੀ ਅਰੇਂਜਮੈਂਟ ਉਹਨਾਂ ਹਰਮਨਦੀਪ ਸਿੰਘ ਹੰਸ ਉਹਨਾਂ ਨੂੰ ਹੀ ਕਰਨਾ ਹੈ। ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਸਰਕਾਰ ਉਸ ਪ੍ਰਾਈਮ ਮਿਨਿਸਟਰ ਬ੍ਰੀਚ ਨੂੰ ਕਿੰਨਾ ਕੁ ਸੀਰੀਅਸਲੀ ਲੈ ਰਹੀ ਹੈ, ਕਿਉਂਕਿ ਹਜੇ ਤੱਕ ਕਿਸੇ ਦੇ ਵੀ ਖਿਲਾਫ ਕੋਈ ਐਕਸ਼ਨ ਸੂਬੇ ਦੀ ਸਰਕਾਰ ਨੇ ਨਹੀਂ ਲਿੱਤਾ। ਇਹ ਖਬਰ ਅਸੀਂ ਵਿਸ਼ਾਲ ਰੰਬਾਨੀ ਦੀ ਰਿਪੋਰਟ ਤੋਂ ਅੱਗੇ ਵਧਾਈ ਹੈ, ਜਿਹੜੀ ਕਿ ਹਿੰਦੁਸਤਾਨ ਟਾਈਮਸ ਨਿਊਜ਼ਪੇਪਰ ਬੜਾ ਅਹਿਮ ਇੱਕ ਪਬਲੀਕੇਸ਼ਨ ਹੈ, ਉਹਦੇ ਤੋਂ ਲਈ ਹੈ, ਔਰ ਉਹਦੇ ਵਿੱਚ ਇਹ ਸਾਰੇ ਹਵਾਲਿਆਂ ਦਾ ਜ਼ਿਕਰ ਹੈ। ਤੁਸੀਂ ਇਹਨੂੰ ਹੋਰ ਡਿਟੇਲਸ ਦੇਖਣਾ ਚਾਹੋ ਤਾਂ ਉੱਥੋਂ ਦੇਖ ਸਕਦੇ ਹੋ। ਵਕਤ ਦੀ ਕਿੱਲਤ ਹੈ ਤੇ ਅੱਜ ਛੁੱਟੀ ਵਾਲਾ ਦਿਨ ਹੈ। ਇੰਦਰਪ੍ਰੀਤ ਜੀ ਨੇ ਵੀ ਆਪਣੇ ਫਾਰਮ ਹਾਊਸ ਤੇ ਜਾਣਾ ਹੈ, ਪਾਰਟੀ ਪੂਰਟੀ ਕਰਨੀ ਹੈ, ਤੇ ਭਾਸਕਰ ਸਾਹਿਬ ਨੇ ਵੀ ਇੱਕ ਪਾਰਟੀ ਰੱਖੀ ਹੋਈ ਹੈ, ਤੇ ਮੈਂ ਚੁੱਪ ਕਰਕੇ ਕਿਸੇ ਕਿਤਾਬ ਦੇ ਵਿੱਚ ਵੜਦਾ, ਦੇਖਦੇ ਹਾਂ ਕੋਈ ਲਫ਼ਜ਼ ਚੰਗਾ ਲੱਭ ਜੇ। ਬਹੁਤ ਮਿਹਰਬਾਨੀ, ਧੰਨਵਾਦ ਜੀ।